ਹੈਲੋ ਸਟੂਡੈਂਟ, ਗੁੱਡ ਆਫਟਰਨੂਨ ਟੂ ਆਲ ਆਫ ਯੂ। ਬੇਟਾ ਜੀ ਆਪਾਂ ਨੈਕਸਟ ਜਿਹੜਾ ASP.NET ਦਾ ਸੈਕਸ਼ਨ A ਆਪਣਾ ਕੰਪਲੀਟ ਹੋ ਗਿਆ ਸੀ। ਉਸ ਤੋਂ ਬਾਅਦ ਆਪਾਂ ਸੈਕਸ਼ਨ B ਸ਼ੁਰੂ ਕਰਨ ਜਾ ਰਹੇ ਹਾਂ। ਸੈਕਸ਼ਨ B 'ਚ ਪਹਿਲਾ ਟੌਪਿਕ ਹੈ ਤੁਹਾਡਾ ਅੱਜ ਦਾ ਰਿਚ ਵੈਬ ਕੰਟਰੋਲਸ ਕੀ ਹੁੰਦੀਆਂ ਨੇ। ਠੀਕ ਹੈ ਜੀ, ਰਿਚ ਵੈਬ ਕੰਟਰੋਲਸ ਬਾਰੇ ਆਪਾਂ ਪੜ੍ਹਾਂਗੇ ਅੱਜ। ਇਨ ASP.NET ਸਮ ਆਫ ਦਾ ਵੈਬ ਕੰਟਰੋਲਸ ਹੈਵ ਮੋਰ ਕੰਪਲੈਕਸ। ਕਹਿੰਦੇ ਕੁਝ ਕੁ ASP.NET ਦੇ ਵਿੱਚ ਜਿਹੜੀਆਂ ਵੈਬ ਕੰਟਰੋਲ ਹੁੰਦੀਆਂ ਨੇ ਬਹੁਤ ਜ਼ਿਆਦਾ ਕੰਪਲੀਕੇਟਡ ਹੁੰਦੀਆਂ ਨੇ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਕੰਪਲੈਕਸ ਹੁੰਦੀਆਂ ਨੇ, ਜਿਹੜੀਆਂ ਸਮਝਣੀਆਂ ਥੋੜ੍ਹੀਆਂ ਜਿਹੀਆਂ ਔਖੀਆਂ ਹੋ ਜਾਂਦੀਆਂ ਨੇ। ਤਾਂ ਰਿਚ ਫੰਕਸ਼ਨੈਲਿਟੀ ਉਹਨਾਂ ਦੇ ਕੰਮ ਵੀ ਵਧੀਆ ਹੁੰਦੇ ਨੇ। ਤਾਂ ਕਹਿੰਦੇ ਦੀਜ਼ ਕੰਟਰੋਲਸ ਆਰ ਕਾਲਡ ਵੈਬ ਕੰਟਰੋਲਸ। ਤਾਂ ਉਹਨਾਂ ਨੂੰ ਕੀ ਬੋਲਾਂਗੇ ਆਪਾਂ, ਵੈਬ ਕੰਟਰੋਲਸ ਦੇ ਨਾਮ ਨਾਲ ਜਾਣਦੇ ਹਾਂ। ASP.NET ਇਨਕਲੂਡ ਦਾ ਨਿਊਮੈਰੀਅਸ ਰਿਚ ਕੰਟਰੋਲ ਸੱਚ ਹੈ, ਜਿਵੇਂ AD ਰੋਟੇਟਰ ਹੋ ਗਿਆ। ਠੀਕ ਹੈ ਜੀ, ਕੈਲੰਡਰ ਕੰਟਰੋਲ ਹੋ ਗਈ, ਫਾਈਲ ਅਪਲੋਡ ਕਰਨੀ ਆ, ਮਲਟੀ ਵਿਊ ਸ਼ੋਅ ਕਰਨਾ, ਜਾਂ ਕੋਈ ਇਕੱਲੀ ਵਿਊ ਕੰਟਰੋਲ ਹੋ ਗਈ। ਤਾਂ ਪਹਿਲਾਂ ਐਕਸੈਪਟਿੰਗ ਦਾ ਫਾਈਲ ਅਪਲੋਡ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਫਾਈਲ ਆਪਾਂ ਅਪਲੋਡ ਕਰ ਰਹੇ ਉਹਨੂੰ ਐਕਸੈਪਟ ਕਰਨਾ। ਦਾ ਫਾਈਲ ਅਪਲੋਡ ਕੰਟਰੋਲ ਅਨੇਬਲ ਯੂਜ਼ਰ ਟੂ ਅਪਲੋਡ ਫਾਈਲ ਟੂ ਦਾ ਵੈਬ ਬਰਾਊਜ਼ਰ। ਤਾਂ ਇਹ ਕੰਟਰੋਲ ਦਾ ਕੰਮ ਇਹ ਹੈ ਕਿ ਵੀ ਯੂਜ਼ਰ ਹੈ ਜਿਹੜਾ ਮਤਲਬ ਏਬਲ ਹੋ ਗਿਆ ਕਾਹਦੇ ਵੀ ਵੈਬ ਸਰਵਰ ਦੇ ਉੱਪਰ ਉਹ ਆਪਣੀ ਫਾਈਲ ਨੂੰ ਅਪਲੋਡ ਕਰ ਸਕਦਾ। ਜਿਵੇਂ ਹੁਣ ਆਪਾਂ ਕੋਈ YouTube 'ਤੇ ਲੈਕਚਰ ਵਗੈਰਾ ਅਪਲੋਡ ਕਰਦੇ ਹਾਂ, ਠੀਕ ਹੈ, ਤਾਂ ਦੈਟ ਇਜ਼ ਕਾਲਡ ਅਪਲੋਡਿੰਗ ਹੁੰਦੀ ਹੈ ਵੀ ਆਪਾਂ ਉਸ ਚੀਜ਼ ਦੇ ਏਬਲ ਹਾਂ। ਠੀਕ ਹੈ, ਵਾਂਸ ਦਾ ਵੈਬ ਸਰਵਰ ਰਿਸੀਵ ਦਾ ਪੋਸਟਡ ਫਾਈਲ। ਜਦੋਂ ਵੈਬ ਸਰਵਰ ਜਿਹੜੀ ਪੋਸਟ ਕੀਤੀ ਫਾਈਲ ਨੂੰ ਰਿਸੀਵ ਕਰਦਾ ਤਾਂ ਇਟ ਇਜ਼ ਅਪ ਟੂ ਵੈਬ ਐਪਲੀਕੇਸ਼ਨ ਟੂ ਐਕਸਮਾਈਨ। ਠੀਕ ਹੈ ਜੀ, ਇਹ ਕੀ ਹੈ, ਜੇਕਰ ਉਹ ਵੈਬ ਐਪਲੀਕੇਸ਼ਨ ਆ ਤਾਂ ਉਹਨੂੰ ਐਕਸੈਪਟ ਕਰ ਲੂ, ਨਹੀਂ ਕੀ ਕਰ ਦੂਗਾ, ਇਗਨੋਰ। ਤਾਂ ਔਰ ਸੇਵ ਇਟ ਟੂ ਦਾ ਬੈਕ ਐਂਡ ਡਾਟਾਬੇਸ ਔਰ ਦਾ ਫਾਈਲ ਔਨ ਦਾ ਵੈਬ ਸਰਵਰ। ਤਾਂ ਜਿਹੜਾ ਬੈਕ ਐਂਡ ਡਾਟਾਬੇਸ ਬਣਾਇਆ ਹੁੰਦਾ ਵੈਬ ਸਰਵਰ ਦਾ, ਉਹਦੀ ਬੈਕ 'ਤੇ ਡਾਟਾ ਜਿਹੜਾ ਉਹ ਸੇਵ ਹੋ ਜੂਗਾ। ਤਾਂ ਬੇਸਿਕ ਸੈਂਟੈਕਸ ਟੂ ਐਡ ਆ ਫਾਈਲ ਅਪਲੋਡ ਕੰਟਰੋਲ ਟੂ ਵੈਬ ਫਾਰਮ ਯੂਜ਼ਿੰਗ ਦਾ ਸੋਰਸ ਕੋਡ ਇਜ਼ ਫੋਲੋਵਰਸ। ਜਿਵੇਂ ASP ਆ, ਫਾਈਲ ਅਪਲੋਡ ID ਬਰਾਬਰ ਫਾਈਲ ਅਪਲੋਡ 1 ਯੂਨਿਟ ਆਪਾਂ ਕਾਹਤੇ ਕਰ ਰਹੇ ਹਾਂਗੇ, ਸਰਵਰ 'ਤੇ ਕਰ ਰਹੇ ਹਾਂ। ਇਸ ਤੋਂ ਬਾਅਦ ਅੱਗੇ ਆਪਣੇ ਕੋਲ ਇਹਦੀਆਂ ਪ੍ਰੋਪਰਟੀਜ਼ ਕਿਹੜੀਆਂ ਨੇ। ਪਹਿਲਾਂ ਆਪਾਂ ਪ੍ਰੋਪਰਟੀਜ਼ ਦੇ ਵਿੱਚ ਅਨੇਬਲਡ ਦੀ ਗੱਲ ਕਰਦੇ ਹਾਂ। ਅਨੇਬਲਡ ਮਤਲਬ ਯੂਜ਼ ਟੂ ਅਨੇਬਲ ਔਰ ਡਿਸੇਬਲ ਦਾ ਫਾਈਲ ਅਪਲੋਡ ਕੰਟਰੋਲ। ਵੀ ਇਹਦੇ ਵਿੱਚ ਕੰਟਰੋਲ ਆ ਜਿਹੜੀ ਆਪਾਂ ਫਾਈਲ ਅਪਲੋਡ ਕਰਨੀ ਹੈ ਤਾਂ ਅਨੇਬਲ ਕਰ ਦਾਂਗੇ, ਜੇ ਨਹੀਂ ਕਰਦੀ ਤਾਂ ਡਿਸੇਬਲ ਕਰ ਦਾਂਗੇ। ਫਾਈਲ ਬਾਈਟਸ ਹੋ ਗਿਆ ਆਪਣੇ ਕੋਲੇ। ਯੂਜ਼ ਟੂ ਗੈਟ ਦਾ ਅਪਲੋਡ ਫਾਈਲ ਕੰਟੈਂਟ ਹੈਜ਼ ਆ ਬਾਈਟ ਐਰੇ। ਇਹਦੇ ਵਿੱਚ ਇਹ ਯੂਜ਼ ਕਰਨਾ ਵੀ ਜਿਹੜੀ ਫਾਈਲ ਆਪਾਂ ਅਪਲੋਡ ਕਰ ਰਹੇ ਹਾਂ ਉਹ ਵੀ ਐਰੇ ਦੇ ਵਿੱਚ ਆਪਣੀ ਫਾਰਮ ਨੂੰ ਬਾਈਟ ਐਰੇ ਦੀ ਫਾਰਮ 'ਚ ਯੂਜ਼ ਕਰ ਰਹੀ ਹੈ, ਕੰਟੈਕਟ ਨੂੰ, ਫਾਈਲ ਦੇ ਨੂੰ, ਕੰਟੈਂਟਸ ਨੂੰ। ਠੀਕ ਹੈ, ਫਾਈਲ ਕੰਟੈਂਟ ਕੀ ਹੁੰਦੇ ਨੇ ਆਪਣੇ ਕੋਲੇ, ਯੂਜ਼ ਟੂ ਗੈਟ ਦਾ ਅਪਲੋਡ ਫਾਈਲ ਕੰਟੈਂਟਸ ਇਨ ਐਜ਼ ਅ ਸਟਰੀਮ। ਸਟਰੀਮ ਕੀ ਹੁੰਦੀ ਆ, ਕਲੈਕਸ਼ਨ ਆਫ ਦੀ ਸਟਰਿੰਗ ਨੂੰ ਹੀ ਸਟਰੀਮ ਬੋਲ ਦਿੰਦੇ ਆ, ਕਰੈਕਟਰਸ ਨੂੰ ਬੋਲ ਦਿੰਦੇ ਆ। ਠੀਕ ਹੈ ਜੀ, ਇਸ ਤੋਂ ਬਾਅਦ ਹੈਗਾ ਫਾਈਲ ਦਾ ਨੇਮ। ਯੂਜ਼ ਟੂ ਗੈਟ ਦਾ ਨੇਮ ਆਫ ਦਾ ਫਾਈਲ ਅਪਲੋਡਡ। ਜਿਹੜੀ ਫਾਈਲ ਆਪਾਂ ਅਪਲੋਡ ਕਰ ਰਹੇ ਹਾਂ ਉਹਨੂੰ ਕੋਈ ਨਾਮ ਦਿੱਤਾ। ਠੀਕ ਹੈ ਜੀ, ਹੈਸ਼ ਫਾਈਲ ਕਹਿੰਦੇ ਫਾਈਲ ਰਿਟਰਨ ਦਾ ਟਰੂ ਵੈਨ ਫਾਈਲ ਹੈਜ਼ ਬੀਨ ਅਪਲੋਡਡ। ਇਹ ਵੈਲਿਊ ਆਪਾਂ ਰਿਟਰਨ ਸੈੱਟ ਟਰੂ ਉਦੋਂ ਕਰਾਂਗੇ ਜਦੋਂ ਆਪਾਂ ਫਾਈਲ ਨੂੰ ਅਪਲੋਡ ਕਰ ਰਹੇ ਹਾਂ। ਤਾਂ ਪੋਸਟ ਫਾਈਲ ਕੀ ਹੁੰਦਾ ਆਪਣੇ ਕੋਲੇ, ਪੋਸਟਡ ਫਾਈਲ ਯੂਜ਼ ਟੂ ਗੈਟ ਦਾ ਅਪਲੋਡਡ ਫਾਈਲ ਰੈਪਡ ਇਨ ਦਾ HTTP ਪੋਸਟਡ ਫੀਲਡ ਆਬਜੈਕਟ। ਵੀ ਉਹ ਉਸ ਚੀਜ਼ ਦੇ ਵਿੱਚ ਮਤਲਬ ਆਪਾਂ ਬਾਈਂਡ ਕੀਤੀ ਹੈ ਇਹ ਫਾਈਲ HTTP ਦੇ ਵਿੱਚ। ਹਾਈਪਰਟੈਕਸ ਟਰਾਂਸਫਰ ਕੰਟਰੋਲ ਹੋ ਗਿਆ, ਜਿਹੜਾ ਪ੍ਰੋਟੋਕੋਲ ਹੋ ਗਿਆ ਆਪਣੇ ਕੋਲੇ। ਠੀਕ ਹੈ ਜੀ, ਤਾਂ ਫਾਈਲ ਅਪਲੋਡ ਕੰਟਰੋਲ ਆਲਸੋ ਸਪੋਰਟ ਦਾ ਸੇਵ ਐਜ਼ ਮੈਥਡ ਨੂੰ ਵੀ ਸਪੋਰਟ ਕਰਦੀ ਹੈ ਟੂ ਸੇਵ ਦਾ ਅਪਲੋਡ ਫਾਈਲ ਟੂ ਦਾ ਫਾਈਲ ਸਿਸਟਮ ਦੇ ਵਿੱਚ। ਤਾਂ ਯੂਜ਼ ਆਫ ਦਾ ਫਾਈਲ ਅਪਲੋਡ ਕੰਟਰੋਲ ਕੈਨ ਬੀ ਡੈਮੋਸਟ੍ਰੇਟ ਬਾਈ ਦਾ ਪ੍ਰੋਗਰਾਮ 4.21। ਤਾਂ ਇਹਦੇ ਲਈ ਇੱਕ ਪ੍ਰੋਗਰਾਮ ਆ ਜਿਹੜਾ ਆਪਾਂ ਡਾਇਰੈਕਟਰੀ ਦੇ ਵਿੱਚ ਯੂਜ਼ ਕਰ ਰਹੇ ਹਾਂ। ਪਹਿਲਾਂ ਨਿਊ ਵੈਬਸਾਈਟ ਜਦੋਂ ਕ੍ਰੀਏਟ ਕਰਾਂਗੇ ਰਿਚ ਕੰਟਰੋਲ ਐਪ ਦੇਵਾਂਗੇ। ਠੀਕ ਹੈ, ਉਸ ਤੋਂ ਬਾਅਦ ਜਦੋਂ ਵੈਬ ਫਾਰਮ ਐਡ ਕਰਾਂਗੇ ਉਹਦੇ ਵਿੱਚ ਫਾਈਲ ਦਾ ਨੇਮ ਤੁਹਾਡਾ ਹੋਊਗਾ ਫਾਈਲ ਅਪਲੋਡ ਕੰਟਰੋਲ .aspx ਆ। ਤਾਂ ਐਡ ਆ ਫੋਲਡਰ ਟੂ ਦਾ ਐਪਲੀਕੇਸ਼ਨ, ਮਤਲਬ ਆਪਾਂ ਫੋਲਡਰ ਐਡ ਕਰਾਂਗੇ ਕਾਹਦੇ ਵਿੱਚ, ਐਪਲੀਕੇਸ਼ਨ ਦੇ ਵਿੱਚ। ਨੇਮਡ ਅਪਲੋਡ ਦਾ ਫਾਈਲਸ ਵੇਅਰ ਆਲ ਦਾ ਇਮੇਜਸ ਵਿਲ ਵੀ ਅਪਲੋਡਡ, ਜਿੱਥੇ ਆਪਾਂ ਫਾਈਲਸ ਅਪਲੋਡ ਆ ਜਿਹੜੀਆਂ ਕਰਨੀਆਂ। ਠੀਕ ਹੈ ਜੀ, ਇਸ ਤੋਂ ਬਾਅਦ ਕੀ ਕੀਤਾ ਗਾ, ਜਿਵੇਂ ਹੁਣ ਵਿਲਿਡ ਵੈਬਸਾਈਟ ਹੋ ਗਿਆ, ਪਬਲਿਸ਼ ਵੈਬਸਾਈਟ ਕਰਨੀ, ਐਡ ਨਿਊ ਆਈਟਮ 'ਤੇ ਗਏ ਆ, ਇੱਥੇ ਆਪਾਂ ਫੋਲਡਰ 'ਤੇ ਕਲਿੱਕ ਕਰਾਂਗੇ ਵੀ ਆਪਾਂ ਨਵਾਂ ਫੋਲਡਰ ਆ ਜਿਹੜਾ ਐਡ ਕਰ ਰਹੇ ਹਾਂ। ਠੀਕ ਹੈ ਜੀ, ਤਾਂ ਜਦੋਂ ਫਾਈਲ ਅਪਲੋਡ ਕਰਨੀ ਆ, ਸਿਲੈਕਟ ਆ ਫਾਈਲ ਟੂ ਅਪਲੋਡ, ਇੱਕ ਤਾਂ ਇਹ ਆਪਾਂ ਦੇਣਾ ਬਰਾਊਜ਼ਰ ਦੇਣਾ। ਉਸ ਤੋਂ ਬਾਅਦ ਲੇਬਲ 1 ਜਿਹੜਾ ਇਹਦਾ ਨਾਮ ਹੋ ਗਿਆ ਸਿਲੈਕਟ ਆ ਫਾਈਲ ਟੂ ਅਪਲੋਡ, ਲੇਬਲ 1 ਹੋ ਗਿਆ। ਇਸ ਤੋਂ ਬਾਅਦ ਫਾਈਲ ਅਪਲੋਡ ਕਰਨੀ ਹੈ, ਇੱਥੇ ਆਪਾਂ ਬਰਾਊਜ਼ ਦਾ ਮਤਲਬ ਬਟਨ ਕ੍ਰੀਏਟ ਕਰਾਂਗੇ। ਇਸ ਤੋਂ ਬਾਅਦ ਅਪਲੋਡ ਦਾ ਇਹ ਬਟਨ ਚਾਹੀਦੇ ਆਪਾਂ ਨੂੰ। ਤਾਂ ਸੋਰਸ ਫਾਈਲ ਦੇ ਵਿੱਚ ਪਹਿਲਾਂ ਉਸੇ ਤਰ੍ਹਾਂ ਹੀ ਜਦੋਂ ਆਪਾਂ ਖੋਲਾਂਗੇ ਤਾਂ ਟਾਈਟਲ ਕੀ ਦੇਗਾ, ਐਕਸੈਪਟਿੰਗ ਦਾ ਫਾਈਲ ਅਪਲੋਡ। ਜਿਹੜੀ ਫਾਈਲ ਆਪਾਂ ਅਪਲੋਡ ਕਰ ਰਹੇ ਹਾਂ ਉਹ ਐਕਸੈਪਟ ਹੋ ਰਹੀ ਆ। ਇਸ ਤੋਂ ਬਾਅਦ TD ਸਟਾਈਲ ਇਜ਼ ਇਕੁਅਲ ਟੂ ਕੀ ਹੋ ਗਿਆ, ਵਿਡਥ ਆਪਾਂ ਉਹਦੀ ਸੈੱਟ ਕੀਤੀ 300px ਵੀ ਉਹਦੇ ਵਿੱਚ ਜੋ ਵੀ ਡਾਇਰੈਕਟਰੀ ਆਪਾਂ ਕ੍ਰੀਏਟ ਕਰ ਰਹੇ ਹਾਂ, ਡਾਟਾਬੇਸ ਕ੍ਰੀਏਟ ਕਰ ਰਹੇ ਹਾਂ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਸਿਲੈਕਟ ਆ ਫਾਈਲ ਟੂ ਅਪਲੋਡ, ਕਿਹੜੀ ਫਾਈਲ ਆਪਾਂ ਸਿਲੈਕਟ ਕੀਤੀ ਅਪਲੋਡ ਕਰਨ ਦੇ ਲਈ। TD ਸਟਾਈਲ ਵਿਡਥ ਉਹ ਆਪਾਂ ਦੇਤੀ, ਫਾਈਲ ਅਪਲੋਡ ID ਸੈੱਟ ਕਰਤੀ ਯੂਨਿਟ ਸਰਵਰ 'ਤੇ। ਫਿਰ ਉਹਦੀ ਅਲਾਈਨਮੈਂਟ ਵੀ ਰਾਈਟ ਸਾਈਡ ਅਪਲੋਡ ਕਰਨੀ ਹੈ ਜਾਂ ਲੈਫਟ ਸਾਈਡ ਅਪਲੋਡ ਕਰਨੀ ਹੈ। ਫਿਰ ਉਹਦੇ ਵਿੱਚ ਬਟਨ ਕਿਹੜਾ ਲੈਣਾ ਵੀ ਉਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਉਹ ਆਪਾਂ ਨੂੰ ਅਪਲੋਡ ਹੋ ਜੇ ਫਾਈਲ। ਠੀਕ ਹੈ, ਇਹਨੂੰ ਬੰਦ ਕਰਤਾ, ਇਸ ਤਰ੍ਹਾਂ ਉਹਦਾ ਸਟਾਈਲ ਬੰਦ ਕਰਤਾ। ਇਸ ਤੋਂ ਬਾਅਦ
ਲੇਬਲ ਦੀ ਗੱਲ ਕਰ ਰਹੇ ਹਾਂ। ਲੇਬਲ ਦੇ ਵਿੱਚ ਕੀ ਹੋਊਗਾ ਆਪਣੇ ਕੋਲੇ ਵੀ ਆਪਾਂ ਉਹਦੀ ਵਿਡਥ ਵਗੈਰਾ ਆਲਰੇਡੀ ਪਹਿਲਾਂ ਹੀ ਸੈੱਟ ਹੋ। ਜਦੋਂ ਸਟੈਪ ਨੰਬਰ 5 ਦੀ ਗੱਲ ਕਰਾਂਗੇ ਤਾਂ ਡਬਲ ਕਲਿੱਕ ਕਰਾਂਗੇ ਜਦੋਂ ਬਟਨ ਅਪਲੋਡ ਤੇ ਤਾਂ ਕੋਡ ਫਾਈਲ ਵਿਲ ਵੀ ਅਪੇਅਰ। ਤਾਂ ਜਦੋਂ ਬਟਨ ਕਲਿੱਕ ਕੀਤਾ ਆਪਾਂ ਕਾਹਤੇ ਕਲਿੱਕ ਕੀਤਾ ਬੇਟਾ, ਕੋਡ ਤੇ। ਕੋਡ ਫਾਈਲ ਉਹਦੀ ਆਪਣੇ ਕੋਲੋਂ ਸ਼ੋ ਹੋ ਜੂਗੀ। ਜਦੋਂ ਸ਼ੋ ਹੋਈ ਤਾਂ ਉੱਥੇ ਜੋ ਵੀ ਆਪਾਂ ਮਤਲਬ ਕਿ ਡਾਇਰੈਕਟਰੀਜ਼ ਵਗੈਰਾ ਐਡ ਕਰਨੀ ਹੈ, ਜਿਵੇਂ ਆਪਣੇ ਕੋਲ ਅਪਲੋਡ ਫਾਈਲ ਦੀ ਗੱਲ ਕੀਤੀ ਹੈ, ਨੇਮ ਆਫ ਦਾ ਡਾਇਰੈਕਟਰੀ ਵੀ ਫਾਈਲ ਦਾ ਕੀ ਨਾਮ ਆ, ਇੱਕ ਤਾਂ ਆਪਾਂ ਉਹ ਦੇਵਾਂਗੇ ਮੈਪਿੰਗ ਟੂ ਦਾ ਅਪਲੋਡ ਫਾਈਲਜ਼ ਡਾਇਰੈਕਟਰੀ, ਫਿਰ ਉਹਦੀ ਮੈਪਿੰਗ ਕਰਾਵਾਂਗੇ। ਜਿਵੇਂ ਸਟਰਿੰਗ ਐਸ ਇਜ਼ ਇਕੁਅਲ ਟੂ ਸਰਵਰ ਡੋਟ ਮੈਪ ਪਾਥ ਆ, ਵੀ ਆਹ ਫਾਈਲ ਦਾ ਨਾਮ ਆਪਣੇ ਦਾ, ਵੀ ਆਹ ਵਾਲਾ ਫਾਈਲ ਆਪਾਂ ਅਪਲੋਡ ਕਰਨ ਜਾ ਰਹੇ ਹਾਂ। ਸੈਟਿੰਗ ਦਾ ਲੋਕੇਸ਼ਨ ਐਂਡ ਨੇਮ ਆਫ ਦਾ ਫਾਈਲ। ਹੁਣ ਆਪਾਂ ਵੀ ਇਸ ਪਾਥ 'ਤੇ ਆਪਾਂ ਤਾਂ ਫਾਈਲ ਅਪਲੋਡ ਕਰਨੀ ਹੈ, ਵੀ ਕਿਹੜਾ ਐਡਰੈਸ ਆ ਉੱਥੇ ਜਿੱਥੇ ਵੀ ਆਪਾਂ ਸਰਵਰ 'ਤੇ ਮੈਪ ਪਾਥ ਦਿੱਤਾ ਵੀ ਇੱਥੇ ਆਪਾਂ ਫਾਈਲ ਅਪਲੋਡ ਕਰ ਰਹੇ ਹਾਂ। ਦੂਸਰੇ ਦੇ ਵਿੱਚ ਐਸ ਇਜ਼ ਇਕੁਅਲ ਟੂ ਐਸ ਦੇ ਵਿੱਚ ਪਲੱਸ ਇਹਨਾਂ ਨੇ ਕੀਤਾ ਤਾਂ ਪਲੱਸ ਫਾਈਲ ਅਪਲੋਡ 1 ਡੋਟ ਫਾਈਲ ਦਾ ਨੇਮ ਹੋ ਗਿਆ। ਇਸ ਤੋਂ ਬਾਅਦ ਜਿਹੜੀ ਆਪਾਂ ਕੋਲੇ ਫਾਈਲ ਅਪਲੋਡ ਡੋਟ ਸੇਵ ਐਜ਼ ਵੀ ਕਰਨਾ ਉਹਨੂੰ, ਠੀਕ ਹੈ। ਲੇਬਲ 1 ਜਿਹੜਾ ਡੋਟ ਟੈਕਸ ਇਜ਼ ਇਕੁਅਲ ਟੂ ਅਪਲੋਡਡ ਸਕਸੈਸਫੁਲੀ ਵੇ ਸੈੱਟ ਕਰਨਾ। ਬੰਦ ਕਰਕੇ ਐਲਜ਼ ਲੇਬਲ 1 ਟੈਕਸ ਨੋ ਫਾਈਲ ਸਿਲੈਕਟਡ, ਜੇ ਕੋਈ ਵੀ ਫਾਈਲ ਨਹੀਂ ਸਿਲੈਕਟ ਕੀਤੀ ਤਾਂ ਇਸ ਤਰ੍ਹਾਂ ਆਪਾਂ ਸੈਟਿੰਗ ਕਰਾਂਗੇ। ਜਦੋਂ ਤੁਸੀਂ F+5 ਕਰੋਗੇ ਤਾਂ ਵਿੰਡੋ ਵਿਲ ਵੀ ਅਪੀਅਰ ਆ ਵਾਲੀ ਸਿਲੈਕਟ ਆ ਫਾਈਲ ਟੂ ਅਪਲੋਡ, ਫਿਰ ਫਾਈਲ ਸਿਲੈਕਟ ਕਰਾਂਗੇ, ਠੀਕ ਹੈ ਜੀ। ਜਦੋਂ ਕਰੋਗੇ ਤਾਂ ਕਲਿੱਕ ਔਨ ਬਰਾਊਜ਼ ਟੂ ਸਿਲੈਕਟ ਦਾ ਫਾਈਲ ਦੈਟ ਯੂ ਵਾਂਟ ਟੂ ਅਪਲੋਡ, ਵੀ ਕਿਹੜੀ ਫਾਈਲ ਲੈਣੀ ਹੈ ਉਹ ਆਪਾਂ ਅਪਲੋਡ 'ਤੇ ਜਾਵਾਂਗੇ। ਦੈਨ ਕਲਿੱਕ ਔਨ ਅਪਲੋਡ ਬਟਨ 'ਤੇ ਕਲਿੱਕ ਕਰ ਦੋਗੇ ਤਾਂ ਫਾਈਲ ਵਿਲ ਵੀ ਅਪਲੋਡਡ ਟੂ ਦਾ ਵੈਬ ਐਪਲੀਕੇਸ਼ਨ। ਵੈਬ ਐਪਲੀਕੇਸ਼ਨ 'ਤੇ ਜਿਹੜੀ ਫਾਈਲ ਹੈ ਤੁਹਾਡੀ ਅਪਲੋਡ ਹੋ ਜੂਗੀ ਅਤੇ ਹੇਅਰ ਦਾ ਐਂਡ ਆਫ ਦਾ ਪ੍ਰੋਗਰਾਮ। ਇਸ ਤੋਂ ਬਾਅਦ ਡਿਸਪਲੇਇੰਗ ਆ ਕੈਲੰਡਰ। ਕੈਲੰਡਰ ਨੂੰ ਕਿਵੇਂ ਸ਼ੋਅ ਕਰਦੇ ਆ, ਕਹਿੰਦੇ ਕੈਲੰਡਰ ਕੈਨ ਵੀ ਡਿਸਪਲੇ ਔਨ ਦਾ ਵੈਬ ਪੇਜ ਯੂਜ਼ਿੰਗ ਆ ਕੈਲੰਡਰ ਕੰਟਰੋਲ। ਕੈਲੰਡਰ ਕੰਟਰੋਲ ਦੀ ਵਰਤੋਂ ਕਰਕੇ ਆਪਾਂ ਵੈਬ ਪੇਜ ਦੇ ਉੱਪਰ ਕੈਲੰਡਰ ਨੂੰ ਸ਼ੋਅ ਕਰਦੇ ਹਾਂ। ਤਾਂ ਕੈਲੰਡਰ ਕੰਟਰੋਲ ਕ੍ਰੀਏਟ ਆ ਫੰਕਸ਼ਨੈਲਿਟੀ ਰਿਚ ਐਂਡ ਗੁੱਡ ਲੁਕਿੰਗ ਕੈਲੰਡਰ ਬਾਕਸ, ਵੀ ਰਿਚ ਵੀ ਹੋ ਸਕਦੀ ਹੈ ਅਤੇ ਗੁੱਡ ਲੁਕਿੰਗ ਕੈਲੰਡਰ ਬਾਕਸ ਵੀ ਹੋ ਸਕਦਾ। ਤਾਂ ਦੈਟ ਸ਼ੋਅ 1 ਮੰਥ ਐਟ ਏ ਟਾਈਮ, ਵੀ ਜਿਹਦੇ ਵਿੱਚ ਇੱਕ ਮੰਥ ਆਪਾਂ ਇੱਕ ਐਟ ਏ ਟਾਈਮ ਸ਼ੋਅ ਕਰਨਾ। ਕਹਿੰਦੇ ਦਾ ਯੂਜ਼ਰ ਕੈਨ ਮੂਵ ਫਰੋਮ ਮੰਥ ਟੂ ਮੰਥ, ਸਿਲੈਕਟ ਆ ਡੇਟ ਐਂਡ ਈਵਨ ਸਿਲੈਕਟ ਆ ਰੇਂਜ ਆਫ ਡੇ, ਵੀ ਡੇ ਸਿਲੈਕਟ ਕਰ ਲੈਂਦਾ, ਠੀਕ ਹੈ। ਤਾਂ ਇਫ ਮਲਟੀਪਲ ਸਿਲੈਕਸ਼ਨਸ ਆਰ ਅਲਾਉਡ ਵੀ ਹੈਗੀਆਂ ਨੇ। ਤਾਂ ਬੇਸਿਕ ਸੈਂਟਿਕਸ ਟੂ ਐਡ ਆ ਕੈਲੰਡਰ ਕੰਟਰੋਲ ਟੂ ਵੈਬ ਫਾਰਮ ਯੂਜ਼ਿੰਗ ਆ ਸੋਰਸ ਕੋਡ ASP ਕੈਲੰਡਰ ID ਦੇਵਾਂਗੇ। ਕੈਲੰਡਰ 1 ਹੈ ਯੂਨਿਟ ਸਰਵਰ 'ਤੇ ਅਪਲੋਡ ਕਰਾਂਗੇ, ਉਹਨੂੰ ਕਲੋਜ਼ ਕਰਾਂਗੇ। ਤਾਂ ਕੈਲੰਡਰ ਕੰਟਰੋਲ ਹੈਜ਼ ਮੈਨੀ ਪ੍ਰੋਪਰਟੀਜ਼ ਦੈਟ ਟੇਕਨ ਟੂਗੈਦਰ ਅਲਾਓ ਅਸ ਟੂ ਚੇਂਜ ਦਾ ਆਲਮੋਸਟ ਐਵਰੀ ਪਾਰਟ ਆਫ ਦਿਸ ਕੰਟਰੋਲ। ਹਰ ਇੱਕ ਕੰਟਰੋਲ ਦਾ ਹਰ ਇੱਕ ਪਾਰਟ ਆ ਜਿਹੜਾ ਆਪਾਂ ਚੇਂਜ ਆ ਜਿਹੜਾ ਕਰ ਸਕਦੇ। ਅਤੇ ਫੋਰ ਐਗਜ਼ਾਮਪਲ ਕਹਿੰਦੇ ਯੂ ਕੈਨ ਫਾਈਨ ਟਿਊਨ ਦਾ ਫੋਰਗਰਾਊਂਡ ਐਂਡ ਬੈਕਗਰਾਊਂਡ ਕਲਰ, ਫਾਊਂਟ, ਟਾਈਟਲ ਹੋ ਗਿਆ, ਫਾਰਮੇਟ ਆਫ ਡੇਟ ਹੋ ਗਿਆ, ਕਰੰਟਲੀ ਸਿਲੈਕਟਡ ਡੇਟ ਹੋ ਗਈ ਐਂਡ ਸੋ ਔਨ। ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਚੇਂਜਸ ਆ ਜਿਹੜੀਆਂ ਕਰ ਸਕਦੇ ਹਾਂ। ਅੱਗੇ ਆਪਣੇ ਕੋਲ ਪ੍ਰੋਪਰਟੀਜ਼, ਕਹਿੰਦੇ ਆਪਣੇ ਕੋਲ ਜਿਹੜੀਆਂ ਕੈਲੰਡਰ ਦੀਆਂ ਪ੍ਰੋਪਰਟੀਜ਼ ਨੇ, ਪਹਿਲਾਂ ਆ ਗਿਆ ਸੈੱਲ ਪੈਡਿੰਗ ਦੀ ਗੱਲ ਕਰਦੇ ਹਾਂ। ਤਾਂ ਸਪੈਸੀਫਾਈ ਦਾ ਸਪੇਸ ਬਿਟਵੀਨ ਸੈੱਲ ਦੇ ਵਿਚਕਾਰ ਕੋਈ ਸਪੇਸ ਆ ਜਿਹੜੀ ਥੋੜ੍ਹੀ ਬਹੁਤੀ ਆਪਾਂ ਸਪੇਸ ਛੱਡ ਦਿੰਦੇ ਹਾਂ। ਸੈੱਲ ਸਪੇਸਿੰਗ, ਸਪੈਸੀਫਾਈ ਦਾ ਸਪੇਸ ਬਿਟਵੀਨ ਦਾ ਕੰਟੈਂਟ ਆਫ ਦਾ ਸੈੱਲ ਐਂਡ ਦਾ ਸੈੱਲਜ਼ ਬਾਰਡਰ, ਵੀ ਸੈੱਲ ਦੇ ਬਾਰਡਰ ਅਤੇ ਉਹਦੇ ਕੰਟੈਂਟ ਜੋ ਵੀ ਆਪਾਂ ਸੈੱਲ ਦੇ ਵਿੱਚ ਕੁਝ ਵੀ ਲਿਖਾਂਗੇ ਬੇਟਾ ਉਹਦੇ ਵਿੱਚ ਉਹਦੀ ਸਪੇਸ ਸੈਟਿੰਗ ਕਰਨੀ ਆ। ਅੱਗੇ ਹੈਗਾ ਡੇ ਨੇਮ ਫਾਰਮੇਟ, ਕਹਿੰਦੇ ਯੂਜ਼ ਟੂ ਸਪੈਸੀਫਾਈ ਦਾ ਅਪੀਅਰੈਂਸ ਆਫ ਦਾ ਡੇ ਆਫ ਦਾ ਵੀਕ, ਵੀਕ ਦੇ ਵਿੱਚ ਕਿੰਨੇ ਦਿਨ ਆ। ਪੋਸੀਬਲ ਵੈਲਿਊਜ਼ ਆਰ ਫਸਟ ਲੈਟਰ, ਪਹਿਲਾ ਲੈਟਰ ਵੀ ਦੇ ਸਕਦੇ ਹਾਂ, ਫਸਟ 2 ਲੈਟਰ ਵੀ ਦੇ ਸਕਦੇ। ਜਿਵੇਂ ਸੰਡੇ ਦਿਨ ਆਪਾਂ ਤਾਂ ਸੰਡੇ ਦੇ ਲਈ ਪਹਿਲਾਂ ਆਪਾਂ S ਵੀ ਯੂਜ਼ ਕਰ ਸਕਦੇ, ਫਸਟ 2 ਲੈਟਰ SU ਵੀ ਯੂਜ਼ ਕਰ ਸਕਦੇ ਹਾਂ। ਫੁੱਲ ਪੂਰਾ ਨਾਮ ਵੀ ਦੇ ਸਕਦੇ, ਸ਼ਾਰਟ ਜਿਵੇਂ ਸੰਡੇ ਆਪਾਂ SNDY ਵੀ ਪਾ ਸਕਦੇ ਹਾਂ, ਠੀਕ ਹੈ। ਐਂਡ ਸ਼ਾਰਟੈਸਟ ਵੀ ਦੇ ਸਕਦੇ ਹਾਂ। ਫਸਟ ਡੇ ਆਫ ਦਾ ਵੀਕ ਯੂਜ਼ ਟੂ ਸੈਟ ਅ ਵੈਲਿਊ ਫਾਰ ਦਾ ਡੇ ਆਫ ਦਾ ਵੀਕ ਦੈਟ ਵਿਲ ਵੀ ਡਿਸਪਲੇ ਦਾ ਕੈਲੰਡਰ ਦਾ ਫਸਟ ਕਾਲਮ, ਪਹਿਲੇ ਕਾਲਮ ਦੇ ਵਿੱਚ ਪਹਿਲਾ ਦਿਨ ਸੈੱਟ ਕਰਾਂਗੇ। ਸ਼ੋ ਦਾ ਨੈਕਸਟ ਪ੍ਰੀਵੀਅਸ ਮੰਥ, ਵੀ ਮਤਲਬ ਨੈਕਸਟ ਪ੍ਰੀਵੀਅਸ ਅਤੇ ਮਤਲਬ ਆਉਣ ਵਾਲਾ ਅਤੇ ਪਿਛਲਾ ਮਹੀਨਾ ਦਿਖਾਉਣਾ। ਤਾਂ ਟੇਕ ਆ ਬੁਲੀਅਨ ਵੈਲਿਊ ਐਂਡ ਸਪੈਸੀਫਾਈ ਵੈਦਰ ਨੋਟ ਦਾ ਕੈਲੰਡਰ ਇਸ ਕਹਿੰਦੇ ਕੈਪੇਬਲ ਡਿਸਪਲੇਇੰਗ ਦਾ ਨੈਕਸਟ ਐਂਡ ਪ੍ਰੀਵੀਅਸ ਮੰਥ ਲਿੰਕ। ਜੇ ਆਪਾਂ ਬੁਲੀਅਨ ਵੈਲਿਊ ਸੈੱਟ ਕਰ ਦਾਂਗੇ ਵੀ ਉਹ ਪਿਛਲੇ ਮਤਲਬ ਮੰਥ ਜਾਂ ਨੈਕਸਟ ਵਾਲੇ ਮੰਥ ਉਹ ਦਿਖਾ ਸਕਦਾ। ਜੇ ਤਾਂ ਟਰੂ ਸੈੱਟ ਕਰਦੀ ਤਾਂ ਸ਼ੋਅ ਹੋ ਜੂ, ਜੇ ਨਹੀਂ ਟਰੂ ਸੈੱਟ ਕਰਦੇ ਤਾਂ ਸ਼ੋਅ ਨਹੀਂ ਹੁੰਦੇ। ਤਾਂ ਨੈਕਸਟ ਮੰਥ ਟੈਕਸ ਕਹਿੰਦੇ ਸ਼ੋਅ ਦਾ HTML ਟੈਕਸ ਫਾਰ ਦਾ ਨੈਕਸਟ ਮੰਥ, HTML ਦੇ ਵਿੱਚ ਟੈਕਸ ਲਿਖਾਂਗੇ ਜਿਹਦੇ ਵਿੱਚ ਅਗਲਾ ਮੰਥ ਸ਼ੋਅ ਕਰਨਾ, ਨੈਵੀਗੇਸ਼ਨ ਲਿੰਕ ਕ੍ਰੀਏਟ ਕਰਾਂਗੇ। ਤਾਂ ਸ਼ੋਅ ਦਾ ਨੈਕਸਟ ਪ੍ਰੀਵੀਅਸ ਮੰਥ ਪ੍ਰੋਪਰਟੀਜ਼ ਸੈਟ ਟੂ ਟਰੂ ਕਰਾਂਗੇ। ਤਾਂ ਨੈਕਸਟ ਪ੍ਰੀਵ ਫਾਰਮੇਟ ਕਹਿੰਦੇ ਯੂਜ਼ ਟੂ ਸਪੈਸੀਫਾਈ ਦਾ ਫਾਰਮੇਟ ਆਫ ਦਾ ਟੈਕਸ ਮੰਥ, ਨੈਕਸਟ ਮੰਥ ਦਾ ਜਿਹੜਾ ਫਾਰਮੇਟ ਕੀ ਹੋਊਗਾ ਐਂਡ ਪ੍ਰੀਵੀਅਸ ਮੰਥ ਦਾ ਲਿੰਕ ਕੀ ਆ। ਤਾਂ ਪੋਸੀਬਲ ਵੈਲਿਊ ਆਰ ਕਸਟਮ ਟੈਕਸ ਵੀ ਕੋਈ ਵੀ ਆਪਾਂ ਸੈੱਟ ਕਰ ਸਕਦੇ ਹਾਂ, ਫੁੱਲ ਮੰਥ ਵੀ ਕਰ ਸਕਦੇ ਹਾਂ ਅਤੇ ਸ਼ਾਰਟਸ ਮੰਥ ਵੀ ਸੈੱਟ ਆ ਜਿਹੜਾ ਕਰ ਸਕਦੇ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਪ੍ਰੀਵੀਅਸ ਮੰਥ ਟੈਕਸ, ਕਹਿੰਦੇ ਯੂਜ਼ ਟੂ ਸਪੈਸੀਫਾਈ ਦਾ ਟੈਕਸ ਦੈਟ ਅਪੀਅਰੈਂਸ ਫਾਰ ਦਾ ਪ੍ਰੀਵੀਅਸ ਮੰਥ, ਪਿਛਲੇ ਲਿੰਕ ਨੂੰ ਦਿਖਾਉਣ ਲਈ ਯੂਜ਼ ਕਰਦੇ ਹਾਂ। ਸਿਲੈਕਟਡ ਡੇਟ ਯੂਜ਼ ਟੂ ਗੈਟ ਔਰ ਸੈੱਟ ਦਾ ਸਿਲੈਕਟਡ ਡੇਟ, ਵੀ ਜਿਹੜੇ ਚਾਹੁੰਦੇ ਆਪਾਂ ਉਹ ਵਾਲੀ ਸੈੱਟ ਕਰਨੀ ਆ। ਸਿਲੈਕਟਡ ਡੇਟਸ ਕਹਿੰਦੇ ਅਲਾਓ ਅਸ ਟੂ ਗੈਟ ਔਰ ਸੈੱਟ ਆ ਕਲੈਕਸ਼ਨ ਆਫ ਸਿਲੈਕਟਡ, ਮਤਲਬ ਬਹੁਤ ਸਾਰੀਆਂ, ਜਿਹੜੀ ਇਕੱਲੀ ਸੈੱਟ ਸਿਲੈਕਟਡ ਡੇਟ ਆ ਉਹਦੇ ਵਿੱਚ ਸਿਰਫ ਇੱਕ ਸਿੰਗਲ ਡੇਟ ਸਿਲੈਕਟ ਕਰਦੇ ਹਾਂ। ਜਿਹੜੀ ਸਿਲੈਕਟਡ ਡੇਟਸ ਬਹੁਤ ਜ਼ਿਆਦਾ ਹੁੰਦੀਆਂ ਨੇ ਉਹਦੇ ਵਿੱਚ ਆਪਾਂ 1 to many ਡੇਟਸ ਲਗਾਉਂਦੇ ਹਾਂ।
ਸਿਲੈਕਸ਼ਨ ਮੋਡ ਆ ਯੂਜ਼ ਟੂ ਸਪੈਸੀਫਾਈ ਹਾਊ ਦ ਡੇਟਸ ਆਰ ਸਿਲੈਕਟਡ, ਕਿਵੇਂ ਡੇਟਸ ਨੂੰ ਆਪਾਂ ਸਿਲੈਕਟ ਕਰਨਾ। ਪੋਸੀਬਲ ਵੈਲਿਊਜ਼ ਆਰ ਡੇ ਵੀਕ ਹੋ ਸਕਦਾ, ਵੀਕ ਮੰਥ ਵੀ ਹੋ ਸਕਦਾ ਐਂਡ ਦਨ ਵੀ ਹੋ ਸਕਦਾ। ਸਿਲੈਕਟ ਮੰਥ ਟੈਕਸ ਅਲਾਓ ਅਸ ਟੂ ਸਪੈਸੀਫਾਈ ਦ ਟੈਕਸ ਦੈਟ ਅਪੀਅਰਸ ਫਾਰ ਸਿਲੈਕਟਿੰਗ ਅ ਮੰਥ, ਜਿਹੜਾ ਸ਼ੋਅ ਕੀਤਾ ਹੈ ਨਾ ਮੰਥ ਨੂੰ ਸਿਲੈਕਟ ਕਰਨ ਦੇ ਲਈ। ਸਿਲੈਕਟ ਵੀਕ ਟੈਕਸ, ਇਹ ਆਪਾਂ ਵੀਕ ਟੈਕਸ ਨੂੰ ਸ਼ੋਅ ਕਰਨ ਲਈ ਯੂਜ਼ ਕਰਦੇ ਹਾਂ। ਸ਼ੋਅ ਡੇਟ ਹੈਡਰ, ਡੇਟ ਦਾ ਹੈਡਰ ਦਿਖਾਉਣ ਦੇ ਲਈ। ਅਲਾਓ ਅਸ ਟੂ ਹਾਈਡ ਔਰ ਡਿਸਪਲੇ, ਵੀ ਮਤਲਬ ਸ਼ੋਅ ਕਰਨਾ ਜਾਂ ਹਾਈਡ ਕਰਨਾ, ਵੀ ਟੌਪ ਆਫ ਹੈਡਰ ਦਿਖਾਉਣਾ ਜਾਂ ਨਹੀਂ। ਅੱਗੇ ਆ ਗਿਆ ਆਪਣੇ ਕੋਲ ਟੂ ਡੇਜ਼ ਡੇਟ, ਕਹਿੰਦੇ ਯੂਜ਼ ਟੂ ਸਪੈਸੀਫਾਈ ਦਾ ਕਰੰਟ ਡੇਟ ਨੂੰ ਸ਼ੋਅ ਕਰਨ ਲਈ ਯੂਜ਼ ਕਰਦੇ ਹਾਂ। ਸ਼ੋਅ ਟਾਈਟਲ ਅਨੇਬਲ ਟੂ ਹਾਈਡ ਔਰ ਡਿਸਪਲੇ ਦਾ ਟਾਈਟਲ ਬਾਰ, ਡਿਸਪਲੇ ਐਟ ਦਾ ਟੌਪ ਆਫ ਦਾ ਕੈਲੰਡਰ, ਟੌਪ 'ਤੇ ਦਿਖਾਉਣਾ। ਟਾਈਟਲ ਫਾਰਮੈਟ ਯੂਜ਼ ਟੂ ਫਾਰਮੈਟ ਦਾ ਟਾਈਟਲ ਬਾਰ, ਪੋਸੀਬਲ ਵੈਲਿਊਜ਼ ਆਰ ਮੰਥ ਔਰ ਈਅਰ ਵਾਈਜ਼ ਦਿਖਾਉਣਾ। ਵਿਜ਼ੀਬਲ ਡੇਟ, ਕਹਿੰਦੇ ਯੂਜ਼ ਟੂ ਸਪੈਸੀਫਾਈ ਦਾ ਮੰਥ ਡਿਸਪਲੇ ਬਾਏ ਦਾ ਕੈਲੰਡਰ ਕੰਟਰੋਲ, ਦਿਸ ਪ੍ਰੋਪਰਟੀ ਡਿਫਾਲਟ ਟੂ ਡਿਸਪਲੇ ਦਾ ਮੰਥ ਡੈਟ ਕੰਟੇਨ ਦਾ ਡੇਟ ਸਪੈਸੀਫਾਈ ਟੂ ਡੇ ਡੇਟ, ਮਤਲਬ ਜਿਹੜਾ 2 ਡੇਜ਼ ਡੇਟ ਨੂੰ ਸਪੈਸੀਫਾਈ ਕਰਵਾਉਂਦਾ ਵਿਜ਼ੀਬਲ ਡੇਟ, ਤਾਂ ਉਹਨੂੰ ਵਿਜ਼ੀਬਲ ਨਾਓ ਅੱਜ ਦੀ ਡੇਟ ਨੂੰ ਦਿਖਾਉਣ ਲਈ ਯੂਜ਼ ਕਰਦੇ ਆ। ਤਾਂ ਕੈਲੰਡਰ ਆਲਸੋ ਪ੍ਰੋਵਾਈਡ ਕਹਿੰਦੇ ਇਵੈਂਟ ਦੈਟ ਅਨੇਬਲ ਟੂ ਰਿਐਕਟ ਦਾ ਵਿਦ ਯੂਜ਼ਰ ਚੇਂਜਸ ਦਾ, ਕਹਿੰਦੇ ਕਰੰਟ ਮੰਥ ਦੇ ਨਾਲ ਆਪਾਂ ਉਹਨੂੰ ਕਿਵੇਂ ਚੇਂਜਸ ਆ ਜਿਹੜੀਆਂ ਕਰ ਸਕਦੇ ਹਾਂ। ਜਿਵੇਂ ਇਹਦੇ ਲਈ ਬੇਟਾ ਆਪਣੇ ਕੋਲੇ ਮੋਸਟ ਇੰਪੋਰਟੈਂਟ ਕੈਲੰਡਰ ਇਵੈਂਟ ਹੈ ਜਿਹੜੀ ਆਪਣੇ ਕੋਲੇ ਉਹ ਸਿਲੈਕਸ਼ਨ ਚੇਂਜਡ ਵੈਨ ਫਾਇਰ ਐਵਰੀ ਟਾਈਮ ਆ ਯੂਜ਼ਰ ਸਿਲੈਕਟ ਆ ਡੇਟ, ਹਰ ਇੱਕ ਸਮੇਂ 'ਤੇ ਮਤਲਬ ਯੂਜ਼ਰ ਨੂੰ ਡੇਟ ਸਿਲੈਕਟ ਕਰਨੀ ਪੈਂਦੀ ਆ। ਅਤੇ ਹੈਜ਼ ਬੇਸਿਕ ਇਵੈਂਟ ਹੈਂਡਲਰ ਦੈਟ ਰਿਸਪੌਂਡ ਟੂ ਦਾ ਸਿਲੈਕਸ਼ਨ ਚੇਂਜਡ ਇਵੈਂਟ ਐਂਡ ਡਿਸਪਲੇ ਦਾ ਸਿਲੈਕਟਡ ਡੇਟ ਇਜ਼ ਫੋਲੋਵਰ। ਜਿਵੇਂ ਆਪਣੇ ਕੋਲ ਪ੍ਰੋਟੈਕਟਡ ਵਾਈਡ ਕੈਲੰਡਰ ਸਿਲੈਕਸ਼ਨ ਦੀ ਚੇਂਜਸ ਦੀ ਗੱਲ ਕਰ ਰਹੇ ਹਾਂ, ਤਾਂ ਰਿਸਪੌਂਸ ਡੋਟ ਰਾਈਟ ਲਿਖਾਂਗੇ ਸਿਲੈਕਟਡ ਡੇਟ ਪਲੱਸ ਕੈਲੰਡਰ 1 ਡੋਟ ਸਿਲੈਕਟਡ ਡੇਟ, ਉਹਦੀ ਪਹਿਲੇ ਕੈਲੰਡਰ 'ਤੇ ਸ਼ੋਅ ਕਰਨਾ। ਅਤੇ ਟੂ ਦਾ ਲੌਂਗ ਡੇਟ ਸਟਰਿੰਗ, ਮਤਲਬ ਡੇਟ ਦੀ ਆਪਾਂ ਮਤਲਬ ਕਿ ਉਹ ਸਟਰਿੰਗ ਵੀ ਸੈੱਟ ਕਰਤੀ ਵੀ ਆਪਾਂ ਇਹਦੀ ਹਾਈਟ ਕਿੰਨੀ ਲੈਣੀ ਹੈ, ਮਤਲਬ ਕਿੰਨਾ ਆਪਾਂ ਇਹਦੇ ਵਿੱਚ ਲੌਂਗ ਫਾਰਮੈਟ ਹੈ ਜਿਹੜਾ ਯੂਜ਼ ਕਰ ਸਕਦੇ ਹਾਂ। ਤਾਂ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਪ੍ਰੋਗਰਾਮ ਹੈ ਜਿਹੜਾ ਵੈਬਸਾਈਟ ਕ੍ਰੀਏਟ ਕਰਾਂਗੇ। ਪਹਿਲਾਂ ਆਪਾਂ ਰਿਚ ਕੰਟਰੋਲ ਐਪ ਦੀ ਆ, ਕੈਲੰਡਰ ਕੰਟਰੋਲ ਦੀ ਐਪ ਆ ਜਿਹੜੀ ਆਪਾਂ ਕ੍ਰੀਏਟ ਕਰਨੀ ਆ। ਐਡ ਆ ਕੈਲੰਡਰ ਕੰਟਰੋਲ ਹੁੰਦਾ ਵੈਬ ਫਾਰਮ, ਜਿਵੇਂ ਇਸ ਤਰ੍ਹਾਂ ਆਪਾਂ ਕੈਲੰਡਰ ਆ ਜਿਹੜਾ ਆਪਾਂ ਐਡ ਕਰਨਾ ਕਾਹਦੇ ਵਿੱਚ, ਵੈਬ ਫਾਰਮ ਦੇ ਵਿੱਚ। ਅਤੇ ਇਹਦੇ ਲਈ ਇੱਕ ਡਿਸਕ੍ਰਿਪਸ਼ਨ ਆ, ਪਹਿਲਾਂ ਉਹਦਾ ਟਾਈਟਲ ਸੈੱਟ ਕੀਤਾ, ਕੈਲੰਡਰ ID ਸੈੱਟ ਕਰਦੀ, ਵੀ ਔਨ ਸਿਲੈਕਸ਼ਨ ਆਪਾਂ ਚੇਂਜਡ ਵੀ ਸੈਟਿੰਗ ਕਰਨੀ ਆ, ਅਤੇ ਕੈਲੰਡਰ 1 ਸਿਲੈਕਸ਼ਨ ਚੇਂਜਡ ਹੋ ਗਿਆ, ਠੀਕ ਹੈ ਜੀ, ਇਹਨੂੰ ਬੰਦ ਕਰਤਾ। ਇਸ ਤੋਂ ਬਾਅਦ ਡਬਲ ਕਲਿੱਕ ਕਰੋਗੇ ਜਦੋਂ ਕੈਲੰਡਰ 1 'ਤੇ, ਠੀਕ ਹੈ ਜੀ, ਤਾਂ ਕੋਡ ਫਾਈਲ ਵਿਲ ਵੀ ਅਪੀਅਰ ਹੋ ਜੂਗੀ। ਐਡ ਦਾ ਫੋਲੋਇੰਗ ਕੋਡ ਇਨ C# ਕੋਡ ਫਾਈਲ ਨੇਮਡ ਕੈਲੰਡਰ ਕੰਟਰੋਲ ਡੋਟ ASPXC, ਅਤੇ ਇਹਦੇ ਵਿੱਚ ਆਪਾਂ ਐਡ ਕੀਤਾ ਜਿਵੇਂ ਰਿਸਪੌਂਸ ਡੋਟ ਰਾਈਟ, ਠੀਕ ਹੈ। ਸਿਲੈਕਟਡ ਡੇਟ ਇਜ਼ ਆਪਣੇ ਕੋਲੇ ਪਲੱਸ ਕੈਲੰਡਰ 1 ਡੋਟ ਸਿਲੈਕਟਡ ਡੇਟ ਡੋਟ ਟੂ ਲੌਂਗ ਡੇਟ ਸਟਰਿੰਗ ਸ਼ੋਅ ਕਰਾਂਗੇ। ਤਾਂ ਆਪਣੇ ਕੋਲੇ ਸਿਲੈਕਟਡ ਡੇਟ ਇਜ਼ ਆ, ਜਦੋਂ ਆਪਾਂ ਪ੍ਰੈਸ 5 ਕੀਤਾ ਤਾਂ ਆਪਣੇ ਕੋਲੇ ਆਹ ਵਾਲਾ ਡਾਟਾ ਜਿਹੜਾ ਸ਼ੋਅ ਹੋ ਜੂਗਾ, ਠੀਕ ਹੈ ਜੀ। ਇਸ ਤੋਂ ਬਾਅਦ ਡਿਸਪਲੇਇੰਗ ਦਾ ਐਡਵਰਟਾਈਜ਼ਮੈਂਟ, ਹੁਣ ਆਪਾਂ ਐਡਵਰਟਾਈਜ਼ਮੈਂਟ ਨੂੰ ਕਿਵੇਂ ਡਿਸਪਲੇ ਕਰਵਾਉਣੇ ਆ। ਜਦੋਂ ਤੁਸੀਂ ਐਡਵਰਟਾਈਜ਼ਮੈਂਟ ਦੀ ਗੱਲ ਕੀਤੀ ਹੈ, ਜਿਵੇਂ AD ਰੋਟੇਟਰ ਹੈ, AD ਐਡਵਰਟਾਈਜ਼ਮੈਂਟ ਹੈ। ਕੰਟਰੋਲ ਇਜ਼ ਯੂਜ਼ ਟੂ ਡਿਸਪਲੇ ਅ ਸੀਰੀਜ਼ ਆਫ ਐਡਵਰਟਾਈਜ਼ਮੈਂਟ ਨੂੰ ਡਿਸਪਲੇ ਕਰਵਾਉਣ ਲਈ ਯੂਜ਼ ਕਰਦੇ ਆ ਟੂ ਐਂਡ ਯੂਜ਼ਰ ਔਨ ਦਾ ਵੈਬ ਪੇਜ ਦੇ ਉੱਪਰ। ਤਾਂ ਦੀਜ਼ ਐਡਵਰਟਾਈਜ਼ਮੈਂਟ ਇਨਕਲੂਡ ਦਾ ਫਲੈਸ਼ਿੰਗ ਐਡਸ, ਫਲੈਸ਼ ਵਾਲੀਆਂ ਐਡਸ ਹੋ ਗਈਆਂ, ਕੋਈ ਬੈਨਰ ਬਣਾਉਣੇ ਆ, ਕੋਈ ਨਿਊਜ਼ ਫਲੈਸ਼ ਬਣਾਉਣੀ ਆ, ਜਾਂ ਕੋਈ ਵੈਬ ਪੇਜ ਬਣਾਉਣਾ, ਉਹਨਾਂ ਉੱਪਰ ਐਡ ਦਿਖਾਉਣੀ ਆ। ਤਾਂ ਦਾ ਕੰਟਰੋਲ ਇਜ਼ ਐਪ ਕੈਪੇਬਲ ਆਫ ਡਿਸਪਲੇਇੰਗ ਦਾ ਐਡਸ ਰੈਂਡਮਲੀ ਵੇ ਦੇ ਵਿੱਚ, ਮਤਲਬ ਕਿ ਕੰਟਰੋਲ ਆ ਜਿਹੜਾ ਐਡਸ ਨੂੰ ਡਿਸਪਲੇ ਕਰਵਾ ਸਕਦਾ। ਅਤੇ ਬਿਕੋਜ਼ ਦਾ ਕੰਟਰੋਲ ਰੀਫਰੈਸ਼ ਆ, ਕਹਿੰਦੇ ਡਿਸਪਲੇ ਐਵਰੀ ਟਾਈਮ ਵੈਬ ਪੇਜ ਇਜ਼ ਰੀਫਰੈਸ਼ਡ ਆ, ਹਰ ਇੱਕ ਸਮੇਂ ਮਤਲਬ ਕਿ ਉਹ ਰੀਫਰੈਸ਼ ਆ ਜਿਹੜੀ ਹੁੰਦੀ ਰਹਿੰਦੀ ਆ। ਤਾਂ ਸੋ ਇਟ ਇਜ਼ ਪੋਸੀਬਲ ਟੂ ਡਿਸਪਲੇ ਡਿਫਰੈਂਟ ਐਡ ਫਾਰ ਡਿਫਰੈਂਟ ਯੂਜ਼ਰ, ਤਾਂ ਵੀ ਕੈਨ ਆਲਸੋ ਅਸਾਈਨ ਪ੍ਰਾਇਓਰਟੀ ਟੂ ਆਲਸੋ ਸੋ ਐਟ ਦਾ ਸਰਟਨ ਐਡਸ ਆਰ ਡਿਸਪਲੇ ਆ ਮੋਰ ਫ੍ਰੀਕੁਐਂਟਲੀ ਦੈਨ ਅਦਰ, ਤੇਜ਼ੀ ਨਾਲ ਯੂਜ਼ ਕਰਦੇ ਆ। ਤਾਂ ਵਿਦ ਦਿਸ ਕੰਟਰੋਲ ਵੀ ਕੈਨ ਯੂਜ਼ ਐਡਵਰਟਾਈਜ਼ਮੈਂਟ ਡਾਟਾ ਫਰੋਮ XML ਤੋਂ ਯੂਜ਼ ਕਰਦੇ, ਜਿਹਨੂੰ ਆਪਾਂ ਐਕਸਟੈਂਸਿਬਲ ਮਾਰਕਅਪ ਲੈਂਗੁਏਜ ਦੇ ਨਾਮ ਨਾਲ ਜਾਣਦੇ ਆ। ਫਾਈਲ ਔਰ ਫਰੋਮ ਅਦਰ ਸੋਰਸ, if we are using a XML source for the ad information, ਤਾਂ then first we have to create an XML advertisement file, ਤਾਂ ਪਹਿਲੀ ਆਪਾਂ XML advertisement file ਆ ਜਿਹੜੀ ਕ੍ਰੀਏਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਕਹਿੰਦੇ ਬੈਨਰ ਐਡ ਦੈਟ ਡਿਸਪਲੇ ਦਾ ਆਊਟ ਆਫ ਸੈਟ ਆਫ ਇਮੇਜਸ ਆਪਾਂ ਸੈੱਟ ਕਰਦੇ ਹਾਂ ਪਰਫੋਰਮਡ ਸ਼ਡਿਊਲ ਦੇ ਅਕੋਰਡਿੰਗ, ਜਿਹੜੀਆਂ ਸੇਵ ਕੀਤੀਆਂ ਜਾਂਦੀਆਂ ਨੇ ਕਾਹਦੇ ਵਿੱਚ, XML ਫਾਈਲ ਦੇ ਵਿੱਚ। ਤਾਂ ਬੇਸਿਕ ਸਿੰਟੈਕਸ ਟੂ ਕ੍ਰੀਏਟ XML ਐਡਵਰਟਾਈਜ਼ਮੈਂਟ ਐਜ਼ ਫੋਲੋਵਰਸ। ਐਡਵਰਟਾਈਜ਼ਮੈਂਟ AD, ਆਪਾਂ AD ਰੋਟੇਟਰ ਦੀ ਗੱਲ ਕੀਤੀ ਆ। ਅਮੇਜ਼ URL, ਐਬਸਲਿਊਟ ਔਰ ਰਿਲੇਟਿਵ URL ਆਫ ਅਮੇਜ਼ ਟੂ ਡਿਸਪਲੇ ਔਨ ਦਾ ਵੈਬ ਪੇਜ 'ਤੇ ਸ਼ੋਅ ਕਰ ਰਹੇ। ਅਮੇਜ਼ URL ਆਪਾਂ ਪਹਿਲਾਂ ਸਟਾਰਟ ਕੀਤਾ ਸੀ ਟੈਗ, ਫਿਰ ਇਹਨੂੰ ਬੰਦ ਕੀਤਾ। ਇਸ ਤੋਂ ਬਾਅਦ ਨੈਵੀਗੇਟ URL, ਇਹਦੇ ਵਿੱਚ URL ਆਫ ਦਾ ਪੇਜ ਟੂ ਨੈਵੀਗੇਟ ਟੂ ਇਫ ਯੂਜ਼ਰ ਕਲਿੱਕ ਦਾ ਐਡਵਰਟਾਈਜ਼ਮੈਂਟ ਅਮੇਜ਼, ਦਿਸ ਇਜ਼ ਐਨ ਆਪਸ਼ਨਲ ਪੈਰਾਮੀਟਰ ਦਿਖਾਉਂਦਾ। ਇਸ ਤੋਂ ਬਾਅਦ ਅਲਟਰਨੇਟ ਟੈਕਸ ਫਿਰ ਸੈਟਿੰਗ ਕੀਤੀ ਆ, ਦਿਸ ਇਜ਼ ਆਪਸ਼ਨਲ ਪੈਰਾਮੀਟਰ ਦੈਟ ਸਪੈਸੀਫਾਈ ਕਰਦਾ ਸਮ ਅਲਟਰਨੇਟ ਟੈਕਸ, ਜਿਹੜੇ ਆਪਾਂ ਡਿਸਪਲੇ ਕਰਵਾਉਣੇ ਕਾਹਦੇ ਵਿੱਚ, ਅਮੇਜ਼ ਦੇ ਵਿੱਚ, ਉਹ ਵੀ ਆਪਾਂ URL, ਮਤਲਬ ਸਾਰਿਆਂ ਦੀ ਡਿਸਕ੍ਰਿਪਸ਼ਨ ਦਿੱਤੀ ਵੀ ਆ। ਕੀਵਰਡ ਦੀ ਵਰਤੋਂ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ,
ਇੰਪ੍ਰੈਸ਼ਨਸ ਦੇ ਲਈ ਕੀ ਅਰਥ ਕਰਦੇ ਆ, ਠੀਕ ਹੈ, ਇਸ ਤਰ੍ਹਾਂ ਉਹਨੂੰ ਬੰਦ ਕੀਤਾ। ਤਾਂ ਸਾਇੰਟਿਕਸ ਮੇਨ ਆਪਣਾ ਟੌਪਿਕ ਇੱਥੇ ਆ ਗਿਆ ਵੀ ਸਾਇੰਟਿਕਸ ਕੀ ਹੁੰਦਾ ਇਹਦਾ। ਏਡੀਓ ਰੋਟੇਟਰ ਆਈਡੀ ਦੀ ਇਜ਼ ਇਕੁਅਲ ਟੂ ਏਡੀਓ ਰੋਟੇਟਰ 1 ਯੂਨਿਟ ਸਰਵਰ ਤੇ ਐਡਵਰਟਾਈਜ਼ਮੈਂਟ ਆਪਾਂ ਸ਼ੋਅ ਕਰਨੀ ਹੈ। ਫਾਈਲ ਦਾ ਆਪਾਂ ਨਾਮ ਦਿੱਤਾ ਗਾ, ਉਹਦੀ ਹਾਈਟ ਦਿੱਤੀ ਆ ਵੀ ਆਪਾਂ ਉਹਨੂੰ ਕਿੱਥੇ ਕ੍ਰੀਏਟ ਕਰਨਾ ਗਾ, ਠੀਕ ਹੈ, ਉਹਨੂੰ ਕਲੋਜ਼ ਕੀਤਾ। ਤੇ ਇਹਦੀਆਂ ਕੁਝ ਪ੍ਰੋਪਰਟੀਜ਼ ਨੇ, ਪਹਿਲੀ ਆ ਐਡਵਰਟਾਈਜ਼ਮੈਂਟ ਫਾਈਲ। ਐਡਵਰਟਾਈਜ਼ਮੈਂਟ ਫਾਈਲ ਪ੍ਰੋਪਰਟੀ ਰੀਪ੍ਰੈਜ਼ੈਂਟ ਦਾ ਪਾਥ ਟੂ ਐਨ ਐਡਵਰਟਾਈਜ਼ਮੈਂਟ ਫਾਈਲ, ਵੀ ਉਹਦੇ ਪਾਥ ਕਿੱਥੇ ਆਪਾਂ ਇਸ ਚੀਜ਼ ਨੂੰ ਸ਼ੋਅ ਕਰਨਾ, ਉਹਦਾ ਮਤਲਬ ਕਿ ਆਪਾਂ ਨੂੰ ਫਾਈਲ ਬਾਰੇ ਦੱਸਦੀ ਆ। ਐਡਵਰਟਾਈਜ਼ਮੈਂਟ ਫਾਈਲ ਇਜ਼ ਅ ਵੈਲ ਫਾਰਮਡ XML ਡਾਕੂਮੈਂਟ ਹੁੰਦਾ ਜਿਹੜਾ ਆਪਾਂ ਕੰਟੇਨ ਕਰਦੇ ਹਾਂ ਇਨਫੋਰਮੇਸ਼ਨ ਅਬਾਊਟ ਦਾ ਇਮੇਜ ਟੂ ਵੀ ਡਿਸਪਲੇ। ਕਿਹੜੀ ਇਮੇਜ ਆਪਾਂ ਐਡਵਰਟਾਈਜ਼ਮੈਂਟ ਦੇ ਲਈ ਸ਼ੋਅ ਕਰਨੀ ਹੈ ਉਹਦੀ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਕੀ ਕੀਤੀ ਜਾਂਦੀ ਹੈ, ਸਟੋਰ ਕੀਤੀ ਜਾਂਦੀ ਹੈ। ਤਾਂ ਪੇਜ ਟੂ ਵਿਚ ਯੂਜ਼ਰ ਇਜ਼ ਰੀਡਾਇਰੈਕਟਰ ਵੈਨ ਦਾ ਯੂਜ਼ਰ ਕਲਿੱਕ ਦਾ ਬੈਨਰ ਔਰ ਇਮੇਜ। ਪੇਜ ਆਪਣੇ ਆਪ ਹੀ ਰੀਡਾਇਰੈਕਟਰ ਹੁੰਦਾ ਜਦੋਂ ਆਪਾਂ ਬੈਨਰ ਤੇ ਕਲਿੱਕ ਕਰਦੇ ਹਾਂ। ਡਾਟਾ ਮੈਂਬਰ ਕਹਿੰਦੇ ਯੂਜ਼ ਟੂ ਬਾਈਂਡ ਅ ਪਾਰਟੀਕੂਲਰ ਡਾਟਾ ਮੈਂਬਰ ਇਨ ਦਾ ਡਾਟਾ ਸੋਰਸ। ਡਾਟਾ ਸੋਰਸ ਦੇ ਵਿੱਚ ਮਤਲਬ ਕਿ ਜਿਹੜੇ ਮੈਂਬਰ ਚਾਹੀਏ ਉਹੀ ਐਡ ਕੀਤੇ ਜਾਂਦੇ ਆ। ਡਾਟਾ ਸੋਰਸ ਕਹਿੰਦੇ ਯੂਜ਼ ਟੂ ਸਪੈਸੀਫਾਈ ਅ ਡਾਟਾ ਸੋਰਸ ਪ੍ਰੋਗਰਾਮੈਟਿਕਲੀ ਫਾਰ ਦਾ ਲਿਸਟ ਆਫ ਬੈਨਰ ਐਡਵਰਟਾਈਜ਼ਮੈਂਟ। ਕਿੰਨਾ ਕੁ ਡਾਟਾ ਆਪਾਂ ਨੂੰ ਪ੍ਰੋਗਰਾਮਿੰਗ ਦੇ ਵਿੱਚ ਲਿਖਣਾ ਪਊਗਾ। ਡਾਟਾ ਸੋਰਸ ਆਈਡੀ ਯੂਜ਼ ਟੂ ਬਾਈਂਡ ਅ ਡਾਟਾ ਸੋਰਸ ਡਿਕਲੇਅਰੇਟਿਵ ਵੀ, ਮਤਲਬ ਕਿ ਡਿਕਲੇਅਰ ਕਰਵਾਇਆ ਜਾਂਦਾ। ਹਾਈਟ ਇਹਦੇ ਵਿੱਚ ਆਪਾਂ ਐਡਸ ਦੀ ਹਾਈਟ ਦੱਸਦੇ ਵੀ ਕਿੰਨੀ ਐਡ ਕਰਦੇ। ਇਮੇਜ URL ਫੀਲਡ ਇਹਦੇ ਵਿੱਚ ਯੂਜ਼ ਟੂ ਸਪੈਸੀਫਾਈ ਦਾ ਨੇਮ ਆਫ ਦਾ ਫੀਲਡ ਫਾਰ ਦਾ ਇਮੇਜ URL ਫਾਰ ਦਾ ਬੈਨਰ ਐਡਵਰਟਾਈਜ਼ਮੈਂਟ। ਦਾ ਡਿਫਾਲਟ ਵੈਲਿਊ ਫਾਰ ਦਿਸ ਫੀਲਡ ਇਜ਼ ਇਮੇਜ URL। ਤਾਂ ਇਸ ਫੀਲਡ ਦੇ ਲਈ ਆਪਾਂ ਬਾਈ ਡਿਫਾਲਟ URL ਨੂੰ ਹੀ ਯੂਜ਼ ਕਰਦੇ ਹਾਂ, ਠੀਕ ਹੈ ਜੀ। ਇਸ ਤੋਂ ਬਾਅਦ ਕੀਵਰਡ ਫਿਲਟਰ ਦੀ ਗੱਲ ਕੀਤੀ ਹੈ। ਕੀਵਰਡ ਫਿਲਟਰ ਕੀ ਕਰਦਾ ਗਾ, ਪ੍ਰੋਪਰਟੀ ਸਪੈਸੀਫਾਈ ਕਰਦਾ ਕੈਟਾਗਰੀ ਫਿਲਟਰ ਟੂ ਬੀ ਪਾਸਡ, ਵੀ ਕਿਸ ਟਾਈਪ ਦਾ ਸੋਰਸ ਆਪਾਂ ਐਡਵਰਟਾਈਜ਼ਮੈਂਟ ਨੂੰ ਪਾਸ ਕਰ ਰਹੇ ਹਾਂ। ਕੀਵਰਡ ਫਿਲਟਰ ਅਲਾਉ ਦਾ ਜਿਹੜੀ ਐਡਵਰਟਾਈਜ਼ਮੈਂਟ ਰੋਟੇਟਰ ਹੁੰਦਾ ਕੰਟਰੋਲ ਉਹ ਡਿਸਪਲੇ ਕਰਵਾਉਂਦਾ ਐਡ ਜਿਹੜੀਆਂ ਗਿਵਨ ਕੀਵਰਡ ਦੇ ਨਾਲੋਂ ਮੈਚ ਕਰਦੀਆਂ ਜਾਂ ਨਹੀਂ ਕਰਦੀਆਂ। ਨੈਵੀਗੇਟ ਜਿਹੜੀ URL ਫੀਲਡ ਹੁੰਦੀ ਹੈ ਬੇਟਾ ਅਨੇਬਲ ਟੂ ਸਪੈਸੀਫਾਈ ਦਾ ਨੇਮ ਆਫ ਦਾ ਫੀਲਡ ਫਾਰ ਦਾ ਐਡਵਰਟਾਈਜ਼ਮੈਂਟ ਲਿੰਕ, ਵੀ ਉਹਦੇ ਵਿੱਚ ਨੇਮ ਦੱਸਦਾ ਵੀ ਕੀ ਲੈਣਾ ਆਪਾਂ ਫੀਲਡ ਦਾ। ਟਾਰਗੇਟ ਦੇ ਵਿੱਚ ਕੀ ਹੁੰਦੀ ਜਿਹੜੀ ਟਾਰਗੇਟ ਪ੍ਰੋਪਰਟੀ ਹੈ ਸਪੈਸੀਫਾਈ ਦਾ ਨੇਮ ਆਫ ਬਰਾਊਜ਼ਰ ਵਿੰਡੋ, ਵੀ ਕਿਸ ਵਿੰਡੋ ਦੇ ਉੱਪਰ ਆਪਾਂ ਮਤਲਬ ਕਿ ਐਡਵਰਟਾਈਜ਼ਮੈਂਟ ਨੂੰ ਡਿਸਪਲੇ ਕਰਵਾਉਣਾ। ਵਿਡਥ ਇਹਦੇ ਵਿੱਚ ਆਪਾਂ ਐਡ ਦੀ ਜਿਹੜੀ ਵਿਡਥ ਨੂੰ ਸਪੈਸੀਫਾਈ ਕਰਵਾਉਂਦੇ, ਉਹਦੇ ਲਈ ਵੀ ਇੱਕ ਪ੍ਰੋਗਰਾਮ ਐਡ ਕੀਤਾ ਹੋਇਆ ਬੇਟਾ। ਜਦੋਂ ਇਹ ਪ੍ਰੋਗਰਾਮ ਆਪਾਂ ਬਣਾਵਾਂਗੇ, ਬਣਾਉਣ ਤੋਂ ਬਾਅਦ ਤੁਹਾਡੇ ਕੋਲ ਇਹਦੀ ਆਊਟਪੁੱਟ ਹੈ ਜਿਹੜੀ ਇੱਦਾਂ ਆਪਣੇ ਕੋਲ ਸ਼ੋਅ ਹੋ ਜੂਗੀ। ਜਿਵੇਂ ਆ ਡਿਸਪਲੇਇੰਗ ਦਾ ਐਡਵਰਟਾਈਜ਼ਮੈਂਟ ਆਪਾਂ ਜਾਹੂ ਆ ਜਿਹੜੀ ਸ਼ੋਅ ਕੀਤੇ ਤਾਂ ਜਾਹੂ ਤੁਹਾਡੇ ਕੋਲ ਜਿਹੜੀ ਸ਼ੋਅ ਹੋਊਗੀ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਬੇਟਾ ਆਪਣੇ ਕੋਲ ਡਿਸਪਲੇਇੰਗ ਦਾ ਡਿਫਰੈਂਟ ਪੇਜ ਵਿਊ। ਪੇਜ ਵਿਊ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ। ਕਹਿੰਦੇ ਮਲਟੀ ਵਿਊ ਕੰਟਰੋਲ ਅਲਾਉ ਕਰਦਾ ਟੂ ਕ੍ਰੀਏਟ ਅ ਪੇਜ ਵਿਦ ਮਲਟੀਪਲ ਵਿਊਜ਼। ਉਹਦੇ ਅਲੱਗ-ਅਲੱਗ ਵਿਊ ਮਤਲਬ ਕਿ ਪੇਜਾਂ ਦੀ ਦੇਖ ਹੁੰਦੀ ਵੀ ਪੇਜ ਕਿਸ ਟਾਈਪ ਦੇ, ਪ੍ਰਿੰਟ ਲੇਆਊਟ ਵਾਲਾ ਜਾਂ ਵੈਬ ਲੇਆਊਟ ਵਾਲਾ ਜਾਂ ਰੀਡਿੰਗ ਵਿਊ ਆ ਜਾਂ ਕਿੱਦਾਂ ਦਾ, ਠੀਕ ਹੈ। ਤਾਂ ਮਲਟੀ ਵਿਊ ਕੰਟਰੋਲ ਅਨੇਬਲ ਟੂ ਹਾਈਡ ਐਂਡ ਡਿਸਪਲੇ ਦਾ ਡਿਫਰੈਂਟ ਵਿਊ ਔਨ ਦਾ ਪੇਜ। ਪੇਜ ਦੇ ਉੱਪਰ ਅਲੱਗ-ਅਲੱਗ ਵਿਊ ਨੂੰ ਸ਼ੋਅ ਕਰਦਾ ਵੀ ਜਾਂ ਦਿਖਾਉਂਦਾ ਜਾਂ ਉਹਨੂੰ ਡਿਸਪਲੇ ਕਰਦਾ ਜਿਹਨੂੰ ਹਾਈਡ ਕਰਦਾ। ਤਾਂ ਮਲਟੀ ਵਿਊ ਕੰਟਰੋਲ ਕੰਟੇਨ ਵਨ ਔਰ ਮੋਰ ਵਿਊ ਕੰਟਰੋਲ, ਇੱਕ ਜਾਂ ਇੱਕ ਤੋਂ ਜ਼ਿਆਦਾ ਲੈਂਦਾ। ਤਾਂ ਵੀ ਕੈਨ ਯੂਜ਼ ਦਾ ਮਲਟੀ ਵਿਊ ਕੰਟਰੋਲ ਟੂ ਸਿਲੈਕਟ ਅ ਪਾਰਟੀਕੂਲਰ ਵਿਊ ਕੰਟਰੋਲ ਟੂ ਬੀ ਰੈਂਡਰਡ ਯੂਜ਼ਿੰਗ ਦਾ ਐਕਟਿਵ ਵਿਊ ਇੰਡੈਕਸ, ਠੀਕ ਹੈ ਜੀ। ਵਿਊ ਆਪਾਂ ਕੰਟਰੋਲ ਯੂਜ਼ ਕਰਦੇ ਹਾਂ। ਤਾਂ ਮਲਟੀ ਵਿਊ ਕੰਟਰੋਲ ਟੂ ਸਿਲੈਕਟ ਅ ਪਾਰਟੀਕੂਲਰ ਵਿਊ ਕੰਟਰੋਲ ਟੂ ਰੈਂਡਰਡ ਯੂਜ਼ਿੰਗ ਐਕਟਿਵ ਵਿਊ ਇੰਡੈਕਸ। ਤਾਂ ਇਹਦੇ ਲਈ ਇੱਕ ਪ੍ਰੋਪਰਟੀ ਯੂਜ਼ ਕਰੂਗਾ ਕਿਹੜੀ, ਐਕਟਿਵ ਵਿਊ ਇੰਡੈਕਸ ਦੀ। ਉਹਦਾ ਕੀ ਕੰਮ ਆ, ਦਾ ਸਿਲੈਕਟਡ ਵਿਊ ਕੰਟਰੋਲ ਇਜ਼ ਕਾਲਡ ਐਜ਼ ਅ ਐਕਟਿਵ ਵਿਊ। ਜਿਹੜਾ ਸਿਲੈਕਟ ਕੀਤਾ ਹੋਊਗਾ ਉਹੀ ਕੀ ਹੁੰਦਾ, ਐਕਟਿਵ ਵਿਊ। ਜਿਵੇਂ ਤੁਸੀਂ ਹੁਣ MS ਐਕਸਲ 'ਚ ਕੰਮ ਕਰਦੇ, ਜਿਹੜਾ ਸੈੱਲ ਸਿਲੈਕਟ ਕੀਤਾ ਹੁੰਦਾ ਉਹਨੂੰ ਆਪਾਂ ਐਕਟਿਵ ਸੈੱਲ ਬੋਲਦੇ ਹੁੰਦੇ ਹਾਂ ਨਾ, ਠੀਕ ਹੈ। ਤਾਂ ਦਾ ਕੰਟੈਂਟ ਆਫ ਦਾ ਰਿਮੇਨਿੰਗ ਵਿਊ ਕੰਟਰੋਲ ਵਿਲ ਵੀ ਹਿਡਨ, ਤੇ ਬਾਕੀ ਕੀ ਹੋ ਜਾਣਗੇ, ਹਿਡਨ ਹੋ ਜਾਣਗੇ। ਤਾਂ ਵੀ ਕੈਨ ਰੈਂਡਰ ਓਨਲੀ ਵਨ ਵਿਊ ਕੰਟਰੋਲ ਐਟ ਏ ਟਾਈਮ, ਸਿਰਫ ਇੱਕ ਹੀ ਯੂਜ਼ ਕਰ ਸਕਦੇ ਹਾਂ। ਤਾਂ ਬੇਸਿਕ ਸਾਇੰਟਿਕਸ ਟੂ ਐਡ ਅ ਮਲਟੀਪਲ ਵਿਊ ਐਂਡ ਵਿਊ ਕੰਟਰੋਲ ਟੂ ਵੈਬ ਫਾਰਮ ਯੂਜ਼ਿੰਗ ਅ ਸੋਰਸ ਕੋਡ। ਤਾਂ ਮਲਟੀ ਵਿਊ ਆਈਡੀ ਦੇ ਲਈ ਆਪਾਂ ਮਲਟੀ ਵਿਊ ਆਈਡੀ ਨੂੰ ਯੂਜ਼ ਕਰਾਂਗੇ, ਯੂਨਿਟ ਸਰਵਰ 'ਤੇ ਅਪਲੋਡ ਕਰਾਂਗੇ। ਪਹਿਲੀ ਵਿਊ ਆਈਡੀ ਦੇ ਲਈ ਪਹਿਲਾ ਵਿਊ, ਫਿਰ ਦੂਜੀ ਦੇ ਲਈ ਦੂਜਾ ਵਿਊ, ਤੀਜੀ ਦੇ ਲਈ ਆਪਾਂ ਤੀਜਾ ਵਿਊ ਜਿਹੜਾ ਐਡ ਕਰਾਂਗੇ। ਇਹਦੀਆਂ ਪ੍ਰੋਪਰਟੀਜ਼ ਨੇ ਜਿਵੇਂ ਐਕਟਿਵ ਵਿਊ ਇੰਡੈਕਸ ਦਾ ਕੰਮ ਕੀ ਆ, ਵੀ ਉਹ ਸ਼ੋਅ ਕਰੂਗਾ ਆਪਾਂ ਨੂੰ ਜਿਹੜਾ ਸਿਰਫ ਆਪਾਂ ਮਤਲਬ ਸਟਾਰਟਿੰਗ 'ਤੇ ਜਿੱਥੇ ਆਪਾਂ ਯੂਜ਼ ਕਰ ਰਹੇ ਹਾਂ ਉਸ ਚੀਜ਼ ਨੂੰ, ਐਕਟੀਵੇਸ਼ਨ ਨੂੰ ਸ਼ੋਅ ਕਰ ਰਹੇ ਵੀ ਇੱਥੇ ਆਪਾਂ ਕੰਮ ਕਰ ਰਹੇ ਹਾਂ। ਵਿਊਜ਼ ਦੇ ਵਿੱਚ ਆਪਾਂ ਕਲੈਕਸ਼ਨ ਆਫ ਕੰਟਰੋਲਸ ਹੁੰਦੀਆਂ ਨੇ ਜਿਹੜੀਆਂ ਮਲਟੀ ਵਿਊ ਦੇ ਵਿੱਚ ਆਪਾਂ ਰੀਡ ਕਰਦੇ ਹਾਂ। ਗੈਟ ਐਕਟਿਵ ਵਿਊ ਯੂਜ਼ ਟੂ ਰਿਟਰੀਵ ਦਾ ਸਿਲੈਕਟਡ ਵਿਊ ਕੰਟਰੋਲ, ਮਤਲਬ ਕਿ ਆਪਾਂ ਜਿਹੜਾ ਵਿਊ ਸਿਲੈਕਟ ਕੀਤਾ ਉਹਨੂੰ ਹੀ ਰਿਟਰੀਵ ਕਰਨਾ। ਸੈਟ ਐਕਟਿਵ ਵਿਊ ਦੇ ਵਿੱਚ ਆਪਾਂ ਸਿਲੈਕਟ ਕਰਦੇ ਐਕਟਿਵ ਵਿਊ ਜਿਹੜਾ ਆਪਣਾ ਚੱਲ ਰਿਹਾ, ਠੀਕ ਹੈ। ਜਿਵੇਂ ਇਹਦੇ ਲਈ ਵੀ ਇੱਕ ਪ੍ਰੋਗਰਾਮ ਬਣਾਉਣਾ ਬੇਟਾ, ਦੇਖੋ ਜਿਵੇਂ ਐਂਟਰ ਕੀਤਾ ਨੰਬਰ 1 ਨੰਬਰ 2 ਉਹਦਾ ਰਿਜ਼ਲਟ ਆ ਜਿਹੜਾ ਆਪਾਂ ਸ਼ੋਅ ਕਰ ਰਹੇ ਹਾਂ ਮਲਟੀ ਵਿਊ ਦੇ ਵਿੱਚ ਆਪਾਂ ਦਿਖਾ ਰਹੇ ਹਾਂ, ਉਹਨੂੰ ਐਡ ਕਰਨਾ, ਠੀਕ ਹੈ। ਜਿਵੇਂ ਆਪਾਂ ਇਹਦੀ ਆਊਟਪੁੱਟ ਦੇਖਦੇ ਹਾਂ, ਕਦੀ ਆਊਟਪੁੱਟ ਦੇ ਵਿੱਚ ਦੇਖੋ ਆਪਣੇ ਕੋਲ ਐਂਡ 'ਤੇ ਆਊਗਾ ਆ ਦੇਖੋ ਜਿਵੇਂ ਐਂਟਰ ਦਾ ਨੰਬਰ, ਜਿਵੇਂ ਨੰਬਰ ਐਡ ਕਰਨ ਦੇ ਲਈ ਆਪਾਂ ਟੈਕਸਟ ਬਾਕਸ ਵਗੈਰਾ ਐਡ ਕਰਾਂ 45,
ਐਂਟਰ ਦਾ ਨੰਬਰ 5 ਐਡ ਕੀਤਾ। ਤਾਂ ਹੁਣ ਜਦੋਂ ਆਪਾਂ ਦੋਨਾਂ ਨੂੰ ਐਡ ਕਰਾਂਗੇ ਤਾਂ ਆਪਣਾ ਰਿਜ਼ਲਟ ਕਿੰਨਾ ਆਊਗਾ 50। ਇਸ ਤਰ੍ਹਾਂ ਆਪਾਂ ਮਲਟੀ ਵਿਊ ਦੀ ਗੱਲ ਕਰ ਰਹੇ ਹਾਂ ਵੀ ਇੱਕ ਦੇਖੋ ਆਪਾਂ 45 ਸ਼ੋਅ ਕੀਤਾ, ਇੱਕ 5 ਸ਼ੋਅ ਕੀਤਾ, ਦਾ ਰਿਜ਼ਲਟ ਆਪਾਂ ਨੂੰ 50 ਸ਼ੋਅ ਹੋ ਗਿਆ। ਇਸ ਨੂੰ ਕੀ ਬੋਲਦੇ ਨੇ ਆਪਾਂ ਮਲਟੀ ਵਿਊ। ਇਹ ਪਹਿਲਾ ਵਿਊ ਸੀ, ਫਿਰ ਆਪਾਂ ਸੈਕਿੰਡ ਵਿਊ ਵੀ ਜਿਹੜਾ ਸ਼ੋਅ ਆ ਕਰ, ਜਦੋਂ ਸੈਕਿੰਡ ਵਿਊ 'ਤੇ ਕਲਿੱਕ ਕਰੋਗੇ ਐਂਟਰ ਨੰਬਰ 6 5 ਆ ਰਿਜ਼ਲਟ। ਹੁਣ ਆਪਾਂ ਸਕੇਅਰ ਕਰਨਾ ਇਹਦਾ, ਸੈਕਿੰਡ ਵਿਊ ਦੇ ਵਿੱਚ ਕਿੰਨਾ ਹੋਗਾ 25। ਇਸ ਤਰ੍ਹਾਂ ਮਤਲਬ ਇੱਕ ਤੋਂ ਜ਼ਿਆਦਾ ਜਿਹੜੇ ਵਿਊ ਆਪਾਂ ਸ਼ੋਅ ਕਰ ਸਕਦੇ ਹਾਂ। ਠੀਕ ਹੈ, ਅੱਗੇ ਆਪਣੇ ਕੋਲ ਡਿਸਪਲੇਇੰਗ ਆ ਵਿਜ਼ਾਰਡ। ਵਿਜ਼ਾਰਡ ਨੂੰ ਕਿਵੇਂ ਸ਼ੋਅ ਕਰਦੇ ਆ? ਠੀਕ ਹੈ ਜੀ, ਕਹਿੰਦੇ ਦਾ ਵਿਜ਼ਾਰਡ ਕੰਟਰੋਲ ਇਜ਼ ਅ ਮੋਰ ਗਲੈਮਰਸ ਵਰਜ਼ਨ ਆਫ ਦਾ ਮਲਟੀ ਵਿਊ ਕੰਟਰੋਲ ਦੀ, ਬਹੁਤ ਜ਼ਿਆਦਾ ਇੰਪੋਰਟੈਂਟ ਵਰਜ਼ਨ ਆ। ਇਟ ਇਜ਼ ਆਲਸੋ ਸਪੋਰਟ ਦਾ ਸ਼ੋਇੰਗ ਵਨ ਆਫ ਦਾ ਸੈਵਰਲ ਵਿਊਜ਼ ਐਟ ਏ ਟਾਈਮ। ਇਹ ਮਤਲਬ ਇੱਕ ਜਾਂ ਇੱਕ ਤੋਂ ਜ਼ਿਆਦਾ ਵਿਊਜ਼ ਨੂੰ ਇੱਕ ਸਮੇਂ ਦਿਖਾ ਸਕਦੀ ਹੈ। ਤਾਂ ਬਟ ਇਟ ਇਨਕਲੂਡ ਅ ਫੇਅਰ ਬਿਟ ਆਫ ਦਾ ਬਿਲਿਟੀ ਇਨ ਜੈਟ ਕਸਟਮਾਈਜ਼ੇਬਲ ਬਿਹੇਵੀਅਰ, ਮਤਲਬ ਕਿ ਜਿੰਨਾ ਆਪਾਂ ਬਣਾਵਾਂਗੇ ਉਸ ਅਕੋਰਡਿੰਗ ਕੰਮ ਕਰੂਗੀ, ਆਪਣੀ ਚੁਆਇਸ ਦੇ ਅਕੋਰਡਿੰਗ ਕੰਮ ਕਰਦੀ ਹੈ ਇਹ। ਇਨਕਲੂਡਿੰਗ ਨੈਵੀਗੇਸ਼ਨ ਬਟਨ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਸਲਾਈਡ ਬਾਰ ਵੀ ਯੂਜ਼ ਕਰ ਸਕਦੇ ਹਾਂ ਆਪਾਂ, ਸਟੈਪ ਲਿੰਕ ਵੀ ਯੂਜ਼ ਕਰ ਸਕਦੇ ਹਾਂ, ਸਟਾਈਲ ਵੀ ਯੂਜ਼ ਕਰ ਸਕਦੇ ਹਾਂ, ਟੈਂਪਲੇਟਸ ਵੀ ਯੂਜ਼ ਕਰ ਸਕਦੇ ਹਾਂ। ਤਾਂ ਆਪਣੇ ਕੋਲ ਜਿਹੜੀ ਵਿਜ਼ਾਰ ਕੰਟਰੋਲ ਆ, ਵਨ ਔਰ ਮੋਰ ਵਿਜ਼ਾਰਡ ਸਟੈਪ ਚਾਈਲਡ ਕੰਟਰੋਲ ਲੈਂਦੀ ਆ। ਓਨਲੀ ਵਨ ਵਿਜ਼ਾਰਡ ਸਟੈਪ ਇਜ਼ ਕਹਿੰਦੇ ਡਿਸਪਲੇ ਐਟ ਏ ਟਾਈਮ ਵਨ, ਸਿਰਫ ਇੱਕ ਸਮੇਂ ਇੱਕ ਹੀ ਦਿਖਾ ਸਕਦੇ ਹਾਂ। ਤਾਂ ਬੇਸਿਕ ਸੈਂਟਿਕਸ ਟੂ ਐਡ ਆ ਵਿਜ਼ਾਰਡ ਕੰਟਰੋਲ ਟੂ ਵੈਬ ਫਾਰਮ ਯੂਜ਼ਿੰਗ ਸੋਰਸ ਕੋਡ। ASP ਵਿਜ਼ਾਰਡ ID ਆਪਾਂ ਐਡ ਕਰਨੀ ਹੈ, ਉਸੇ ਤਰ੍ਹਾਂ ਵਿਜ਼ਾਰਡ ਦੇ ਸਟੈਪ ਹੋ ਗਏ। ਠੀਕ ਹੈ ਜੀ, ਪਹਿਲਾ ਵਿਜ਼ਾਰਡ ਦੇ ਵਿੱਚ ਆਪਾਂ ਯੂਨਿਟ ਸਰਵਰ 'ਤੇ ਅਪਲੋਡ ਕਰਦੇ ਉਹਦਾ ਟਾਈਟਲ ਸੈੱਟ ਕਰਾਂਗੇ, ਫਿਰ ਇਸ ਤਰ੍ਹਾਂ ਆਪਾਂ ਸੈਕਿੰਡ ਦਾ ਟਾਈਟਲ ਸੈੱਟ ਕਰਾਂਗੇ, ਇਸ ਤਰ੍ਹਾਂ ਨੂੰ ਕਲੋਜ਼ ਕਰਕੇ ਇਹਨੂੰ ਬੰਦ ਕਰਾਂਗੇ। ਜੇ ਪ੍ਰੋਪਰਟੀਜ਼ ਦੇਖੋ ਪਹਿਲਾਂ, ਐਕਟਿਵ ਸਟੈਪ ਇੰਡੈਕਸ ਕੀ ਹੁੰਦਾ? ਕਹਿੰਦੇ ਅਨੇਬਲ ਯੂ ਟੂ ਸੈੱਟ ਔਰ ਗੈਟ ਦਾ ਇੰਡੈਕਸ ਆਫ ਦਾ ਐਕਟਿਵ। ਜਿਹੜਾ ਵਿਜ਼ਾਰਡ ਸੈਟਅਪ ਆਪਾਂ ਕੰਟਰੋਲ ਯੂਜ਼ ਕਰ ਰਹੇ ਹਾਂ ਵੀ ਉਹ ਆਪਾਂ ਕੀ ਕਰਦੇ, ਉਹਦਾ ਇੰਡੈਕਸ ਆ ਜਿਹੜਾ ਆਪਾਂ ਸੈੱਟ ਕਰਦੇ ਹਾਂ ਵੀ ਉਹ ਐਕਟਿਵ ਹੈ ਜਾਂ ਨਹੀਂ। ਇਸ ਤੋਂ ਬਾਅਦ ਆ ਕੇ ਆਪਣੇ ਕੋਲੇ ਕੈਂਸਲ ਡੈਸਟੀਨੇਸ਼ਨ ਪੇਜ URL। ਇਹਨੇ ਅਨੇਬਲ ਯੂ ਟੂ ਸਪੈਸੀਫਾਈ ਦਾ URL, ਜਿਹੜਾ ਤੁਹਾਡਾ ਯੂਨੀਫਾਰਮ ਕ੍ਰੀਏਟਰ ਹੈ ਵੀ ਯੂਜ਼ਰ ਉੱਥੇ ਜੋ ਵੀ ਡਾਟਾ ਸੈਂਡ ਕਰ ਉਹਨੂੰ ਕੈਂਸਲ ਬਟਨ ਕਲਿੱਕਡ ਹੁੰਦਾ ਜਾਂ ਨਹੀਂ ਹੁੰਦਾ। ਡਿਸਪਲੇ ਦਾ ਕੈਂਸਲ ਬਟਨ ਕਹਿੰਦੇ ਅਨੇਬਲ ਅਸ ਟੂ ਹਾਈਡ, ਔਰ ਮਤਲਬ ਇਹਦੇ ਵਿੱਚ ਆਪਾਂ ਕੈਂਸਲ ਬਟਨ ਆਪਾਂ ਇਹਦੇ ਲਈ ਯੂਜ਼ ਕਰਦੇ ਵੀ ਜਿਹੜਾ ਵੀ ਆਪਾਂ ਡਾਟਾ ਡਿਸਪਲੇ ਕਰਵਾ ਰਹੇ ਹਾਂ ਜਾਂ ਹਾਈਡ ਕਰਨਾ ਚਾਹੁੰਦੇ ਉਹਦੇ ਲਈ ਕੈਂਸਲ ਬਟਨ ਨੂੰ ਸੈਟਿੰਗ ਕਰਨੀ ਹੈ। ਡਿਸਪਲੇ ਦਾ ਸਾਈਡ ਬਾਰ ਕਹਿੰਦੇ ਅਨੇਬਲ ਯੂ ਟੂ ਹਾਈਡ ਔਰ ਡਿਸਪਲੇ ਦਾ ਵਿਜ਼ਾਰਡ ਕੰਟਰੋਲ ਸਾਈਡ ਬਾਰ। ਤਾਂ ਸਾਈਡ ਬਾਰ ਡਿਸਪਲੇ ਆ ਲਿਸਟ ਆਫ ਆਲ ਵਿਜ਼ਾਰਡ ਸਟੈਪ, ਮਤਲਬ ਸਾਰੇ ਸਟੈਪ ਨੂੰ ਸੈੱਟ ਕਰਦੀ ਆ, ਸਾਈਡ 'ਤੇ ਦਿਖਾਉਂਦੀ ਆ। ਫਿਨਿਸ਼ ਦਾ ਡੈਸਟੀਨੇਸ਼ਨ ਪੇਜ URL, ਇੱਥੋਂ ਇਹ ਆਪਾਂ ਨੂੰ ਸ਼ੋਅ ਕਰਦਾ ਵੀ ਆਪਣਾ ਜਿਹੜੀ ਡੈਸਟੀਨੇਸ਼ਨ ਆ ਵੀ URL ਦੀ ਉਹ ਫਿਨਿਸ਼ ਹੋ ਗਈ, ਉਹਦਾ ਪੇਜ ਖਤਮ ਹੋ ਗਿਆ। ਹੈਡਰ ਟੈਕਸਟ ਦੇ ਵਿੱਚ ਆਪਾਂ ਸਪੈਸੀਫਾਈ ਕਰਦਾ ਹੈਡਰ ਟੈਕਸਟ, ਜਿਹਦੇ ਵਿੱਚ ਆਪਾਂ ਟੌਪ 'ਤੇ ਆਪਾਂ ਵਿਜ਼ਾਰਡ ਦੇ ਕੰਟਰੋਲ 'ਤੇ ਦਿਖਾਉਂਦੇ ਹਾਂ। ਵਿਜ਼ਾਰਡ ਸਟੈਪ ਦੇ ਵਿੱਚ ਕੀ ਕਰਦੇ ਆਪਾਂ ਸਾਰੀਆਂ ਉਹਦੀਆਂ ਲਿਸਟਾਂ ਵਗੈਰਾ ਨੂੰ ਸ਼ੋਅ ਕਰਦੇ ਹਾਂ। ਠੀਕ ਹੈ ਜੀ, ਜਿਵੇਂ ਆਪਣੇ ਕੋਲੇ ਅੱਗੇ ਇਹਦੇ ਵਿੱਚ ਵਿਜ਼ਾਰਡ ਦੇ ਸਟਾਈਲ ਆ ਗਏ, ਸਟਾਈਲ ਐਂਡ ਟੈਂਪਲੇਟਸ ਦੀ ਗੱਲ ਕਰਦੇ ਆ ਇਹ, ਜਿਹਦੇ ਵਿੱਚ ਸਟਾਈਲ ਦੀ ਕੀ ਕੰਮ ਹੁੰਦਾ ਹੈ ਵੀ ਜਿਹੜਾ ਵਿਜ਼ਾਰਡ ਕੰਟਰੋਲ ਆ ਗ੍ਰੇਟੈਸਟ ਸਟਰੈਂਥ ਇਜ਼ ਦਾ ਵੇ ਇਟ ਇਜ਼ ਲੈਟਸ ਟੂ ਕਸਟਮਾਈਜ਼ ਇਟਸ ਅਪੀਅਰੈਂਸ, ਮਤਲਬ ਕਿ ਆਪਣੀ ਚੁਆਇਸ ਦੇ ਅਕੋਰਡਿੰਗ ਆਪਾਂ ਸ਼ੋਅ ਕਰਦੇ ਹਾਂ। ਤਾਂ ਦਿਸ ਮੀਨਸ ਦੈਟ ਇਫ ਵੀ ਵਾਂਟ ਟੂ ਬੇਸਿਕ ਮਾਡਲ, ਜੇ ਆਪਾਂ ਬੇਸਿਕ ਮਾਡਲ ਐਡ ਕਰਨਾ ਚਾਹੁੰਦੇ ਵੀ ਆਰ ਨਾਟ ਲੌਕਡ ਇਨਟੂ ਦਾ ਡਿਫਾਲਟ ਯੂਜ਼ਰ ਇੰਟਰਫੇਸ, ਵੀ ਮਤਲਬ ਕਿ ਬਾਈ ਡਿਫਾਲਟ ਨਹੀਂ ਯੂਜ਼ ਕੀਤਾ ਜਾਂਦਾ, ਵੀ ਮਤਲਬ ਕਸਟਮ ਆਪਣੀ ਚੁਆਇਸ ਦੇ ਅਕੋਰਡਿੰਗ ਹੁੰਦਾ। ਤਾਂ ਡਿਪੈਂਡਿੰਗ ਔਨ ਹਾਊ ਰੈਡੀਕਲੀ ਵੀ ਵਾਂਟ ਟੂ ਚੇਂਜ ਦਾ ਵਿਜ਼ਾਰਡ, ਮਤਲਬ ਆਪਾਂ ਵਿਜ਼ਾਰਡ ਨੂੰ ਕਿਵੇਂ ਚੇਂਜ ਕਰ ਸਕਦੇ ਹਾਂ। ਤਾਂ ਵੀ ਹੈ ਡਿਫਰੈਂਟ ਆਪਸ਼ਨਸ ਹੁੰਦੀਆਂ। ਤਾਂ ਫਾਰ ਲੈਸ ਡਰਾਮੈਟੀਕਲ ਜਿਹੜੀ ਮੋਡੀਫਿਕੇਸ਼ਨ ਹੁੰਦੀ ਆ ਵੀ ਕੈਨ ਸੈਟ ਵੈਰੀਅਸ ਟੌਪ ਲੈਵਲ ਪ੍ਰੋਪਰਟੀ, ਅਤੇ ਇਹਦੇ ਲਈ ਆਪਾਂ ਟੌਪ ਲੈਵਲ ਪ੍ਰੋਪਰਟੀ ਯੂਜ਼ ਕਰਦੇ, ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਵੀ ਕੋਈ ਕੰਟਰੋਲ ਦਾ ਕਲਰ ਚੇਂਜ ਕਰਨਾ, ਕੋਈ ਫੌਂਟਸ, ਕੋਈ ਸਪੇਸ ਸੈੱਟ ਕਰਨੀ, ਕੋਈ ਬਾਰਡਰ ਦਾ ਸਟਾਈਲ ਚੇਂਜ ਕਰਨਾ। ਇਹ ਸਾਰੀਆਂ ASP.NET ਦੀਆਂ ਕੰਟਰੋਲਸ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਬਟਨ 'ਤੇ ਸ਼ੋਅ ਆ ਜਿਹੜੀਆਂ ਕੀਤੀਆਂ ਜਾਂਦੀਆਂ। ਜਿਵੇਂ ਪਹਿਲਾਂ ਆ ਗਿਆ ਆਪਣੇ ਕੋਲ ਵਿਜ਼ਾਰਡ ਦੇ ਸਟਾਈਲ ਦੀ ਗੱਲ, ਉਹਦੀ ਡਿਸਕ੍ਰਿਪਸ਼ਨ ਆ। ਕੰਟਰੋਲ ਸਟਾਈਲ ਦੇ ਵਿੱਚ ਕੀ ਹੁੰਦਾ, ਅਪਲਾਈਜ਼ ਟੂ ਆਲ ਸੈਕਸ਼ਨ, ਜਿੰਨੇ ਵੀ ਵਿਜ਼ਾਰਡ ਕੰਟਰੋਲ ਦੇ ਸੈਕਸ਼ਨ ਹੁੰਦੇ ਉਹਨਾਂ 'ਤੇ ਅਪਲਾਈ ਹੁੰਦੀ ਹੈ। ਹੈਡਰ ਸਟਾਈਲ ਦੇ ਵਿੱਚ ਅਪਲਾਈਜ਼ ਟੂ ਹੈਡਰ ਸੈਕਸ਼ਨ, ਜਿੰਨੇ ਵੀ ਵਿਜ਼ਾਰਡ ਕੰਟਰੋਲ ਦੇ ਹੈਡਰ ਸੈਕਟਰ ਹੁੰਦੇ ਆ ਵੀ ਉਹਨਾਂ ਨੂੰ ਆਪਾਂ ਸ਼ੋਅ ਕਰਨਾ ਜਾਂ ਨਹੀਂ ਕਰਨਾ ਉੱਥੇ ਸੈੱਟ ਕੀਤੀ ਜਾਂਦੀ ਹੈ। ਸਾਈਡ ਬਾਰ ਸਟਾਈਲ ਦੇ ਵਿੱਚ ਆਪਾਂ ਉਹਦੀ ਸਾਈਡ ਬਾਰ ਏਰੀਆ ਨੂੰ ਸੈੱਟ ਕੀਤਾ ਜਾਂਦਾ। ਸਾਈਡ ਬਾਰ ਬਟਨ ਸਟਾਈਲ ਦੇ ਵਿੱਚ ਉਹਦੇ ਵਿੱਚ ਆਪਾਂ ਮਤਲਬ ਕਿ ਬਟਨਾਂ ਨੂੰ ਸਾਈਡ ਬਾਰ 'ਤੇ ਸੈੱਟ ਕੀਤਾ ਜਾਂਦਾ। ਸਟੈਪ ਸਟਾਈਲ ਦੇ ਵਿੱਚ ਆਪਾਂ ਸਿਲੈਕਸ਼ਨ ਕਰਦੇ ਹਾਂ ਜੋ ਵੀ ਸੈਕਸ਼ਨ ਹੁੰਦੇ ਆ ਕੰਟਰੋਲ ਵੇਅਰ ਯੂ ਡਿਫਾਈਨ ਦਾ ਸਟੈਪ, ਜਿੱਥੇ ਆਪਾਂ ਸਟੈਪ ਡਿਫਾਈਨ ਕਰਨਾ ਚਾਹੁੰਦੇ ਉਹਦੇ ਕੰਟੈਂਟ ਉਸ ਸੈਕਸ਼ਨ ਨੂੰ ਕੰਟਰੋਲ ਕਰਦੇ ਆ। ਅੱਗੇ ਨੈਵੀਗੇਸ਼ਨ ਸਟਾਈਲ ਦੇ ਵਿੱਚ ਕੀ ਹੁੰਦਾ ਵੀ ਬਾਟਮ ਏਰੀਆ ਜੋ ਵੀ ਕੰਟਰੋਲ ਕਰਦਾ ਨੈਵੀਗੇਸ਼ਨ ਦੇ ਅਕੋਰਡਿੰਗ ਉਹ ਡਿਸਪਲੇ ਕਰਵਾਉਣਾ ਜਾਂ ਨਹੀਂ ਕਰਵਾਉਣਾ। ਨੈਵੀਗੇਸ਼ਨ ਬਟਨ ਸਟਾਈਲ, ਇਹਦੇ ਵਿੱਚ ਨੈਵੀਗੇਸ਼ਨ ਬਟਨ ਦਾ ਏਰੀਆ ਦਿਖਾਇਆ ਜਾਂਦਾ। ਇਸ ਤੋਂ ਬਾਅਦ ਆ ਗਿਆ ਸਟਾਰਟ ਨੈਕਸਟ ਬਟਨ ਸਟਾਈਲ, ਵੀ ਅਗਲੇ ਸਟੈਪ ਨੂੰ ਫੋਲੋ ਕਰਨ ਲਈ ਯੂਜ਼ ਕੀਤਾ ਜਾਂਦਾ। ਜੇ ਆਪਾਂ ਸਟੈਪ ਨੈਕਸਟ ਬਟਨ ਸਟਾਈਲ ਦੀ ਗੱਲ ਕਰਦੇ ਹਾਂਗੇ ਤਾਂ ਅਪਲਾਈਜ਼ ਟੂ ਨੈਕਸਟ ਨੈਵੀਗੇਸ਼ਨ ਬਟਨ, ਅਗਲੇ 'ਤੇ ਸਟਾਈਲ ਅਪਲਾਈ ਕੀਤੀ ਜਾਂਦੀ ਹੈ। ਸਟੈਪ ਪ੍ਰੀਵੀਅਸ ਬਟਨ ਸਟਾਈਲ ਦੀ ਗੱਲ ਕੀਤੀ ਹੈ ਤਾਂ ਪਿਛਲੇ ਬਟਨ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ।
ठीक है जी। इस तरह फिनिश कर देने प्रीवियस बटन ਨੂੰ, फिर कैंसल करते हैं बटन। कैंसल मतलब ਆਪਾਂ कोई भी बटन ਆਪਾਂ शो करना चाह नहीं करना, ठीक है जी। तो हैडर टैंपलेट ਦੇ ਵਿੱਚ मतलब कि ਆਪਾਂ ਉਹਦਾ ਹੈਡਰ ਸੈਕਸ਼ਨ ਸ਼ੋ ਕਰਦੇ ਹਾਂ। ਸਾਈਡ ਬਾਰ ਟੈਂਪਲੇਟ ਦੇ ਵਿੱਚ ਉਹਦੇ ਵਿੱਚ ਨੈਵੀਗੇਸ਼ਨ ਲਿੰਕ ਵਗੈਰਾ ਸੈੱਟ ਕੀਤੇ ਜਾਂਦੇ ਨੇ। ਸਟਾਰਟ ਦਾ ਜਿਹੜਾ ਨੈਵੀਗੇਸ਼ਨ ਟੈਂਪਲੇਟ ਹੁੰਦਾ ਉਹਦੇ ਵਿੱਚ ਆਪਾਂ ਫਸਟ ਬਟਨ ਸੈੱਟ ਕਰਦੇ ਹਾਂ। ਸਟੈਪ ਨੈਵੀਗੇਸ਼ਨ ਦੇ ਵਿੱਚ ਆਪਾਂ ਨੈਕਸਟ ਬਟਨ ਨੂੰ ਸੈੱਟ ਕਰਦੇ ਹਾਂ। ਅਗਲਾ ਸਟੈਪ ਕੀ ਆਊਗਾ, ਫਿਨਿਸ਼ ਨੈਵੀਗੇਸ਼ਨ ਟੈਂਪਲੇਟਸ ਦੇ ਵਿੱਚ ਆਪਣਾ ਫਾਈਨਲ ਸਟੈਪ ਜਿਹੜਾ ਪਰਫਾਰਮ ਹੋ ਜਾਂਦਾ। ਜਿਵੇਂ ਇਹਦਾ ਇੱਕ ਪ੍ਰੋਗਰਾਮ ਬਣਿਆ ਹੋਇਆ ਦੇਖੋ ਨਾ, ਜਿਹਦੀ ਆਊਟਪੁੱਟ ਦੇ ਵਿੱਚ ਤੁਹਾਨੂੰ ਸਮਝ ਆਊਗਾ ਥੋੜ੍ਹਾ ਜਿਹਾ। ਆ ਦੇਖੋ ਜਿਵੇਂ ਹੁਣ ਆਪਣੇ ਕੋਲੇ F5 ਆਪਾਂ ਬਣਾਇਆ, ਪਹਿਲਾ ਵਿਊ ਬਣ ਗਿਆ ਹੈ ਨਾ। ਪਹਿਲੇ ਵਿਊ ਦੇ ਵਿੱਚ ਆਪਾਂ ਨੂੰ ਪਰਸਨਲ ਪ੍ਰੋਫਾਈਲ ਦੀ ਗੱਲ ਕੀਤੀ, ਇਹਨਾਂ ਨੇ ਨੇਮ ਐਡਰੈਸ ਵਗੈਰਾ। ਆ ਨੈਕਸਟ 'ਤੇ ਜਾਣਾ ਗਿਆ। ਫਿਰ ਇਸ ਤੋਂ ਬਾਅਦ ਸੈਕਿੰਡ ਵਿਊ ਜਦੋਂ ਤੁਸੀਂ ਇਹ 'ਤੇ ਕਲਿੱਕ ਕਰੋਗੇ ਤਾਂ ਸੈਕਿੰਡ ਵਿਊ ਸ਼ੋ ਹੋ ਜਾਊਗਾ ਆਪਾਂ ਨੂੰ। ਇਸ ਤੋਂ ਬਾਅਦ ਜਦੋਂ ਇਹ ਤੋਂ ਹੁਣ ਦੇਖੋ ਨੈਕਸਟ ਅਤੇ ਪ੍ਰੀਵੀਅਸ 2 ਬਟਨ ਕ੍ਰੀਏਟ ਹੋ ਗਏ ਜਿਹੜੇ ਸੈਕਿੰਡ ਵਾਲਾ। ਇਸ ਤੋਂ ਬਾਅਦ ਕੀ ਕੀਤਾ ਹੋਇਆ, ਜਦੋਂ ਆਪਾਂ ਨੈਕਸਟ 'ਤੇ ਕਲਿੱਕ ਕਰਾਂਗੇ ਤਾਂ ਆਪਾਂ ਨੂੰ ਨੈਕਸਟ ਸ਼ੋ ਹੋ ਜਾਊਗਾ। ਨਹੀਂ ਜੇ ਆਪਾਂ ਪ੍ਰੀਵੀਅਸ 'ਤੇ ਕਲਿੱਕ ਕਰਾਂਗੇ ਤਾਂ ਆਪਾਂ ਪਹਿਲੇ 'ਤੇ ਚਲੇ ਜਾਵਾਂਗੇ। ਇਸ ਤੋਂ ਬਾਅਦ ਕੀ ਹੈ ਬੇਟਾ, ਜਦੋਂ ਆਪਾਂ ਇਹਨੂੰ ਹੁਣ ਪ੍ਰੀਵੀਅਸ ਦੀ ਗੱਲ ਕੀਤੀ ਹੈ, ਪਿਛਲੇ ਜਾਵਾਂਗੇ ਖੁੱਲ੍ਹ ਜਾਊਗਾ। ਜਦੋਂ ਆਪਾਂ ਫਿਨਿਸ਼ 'ਤੇ ਕਲਿੱਕ ਕਰਾਂਗੇ ਤਾਂ ਥੈਂਕ ਯੂ ਫॉर ਕੰਪਲੀਟਿੰਗ ਦਾ ਸਰਵੇ, ਕੰਪਲੀਟ ਹੋ ਗਿਆ ਤੁਹਾਡਾ ਸਰਵੇ। ਇਸ ਤਰ੍ਹਾਂ ਆਪਾਂ ਇਹਦੀ ਆਊਟਪੁੱਟ ਹੈ ਜਿਹੜੀ ਸ਼ੋ ਕਰ ਸਕਦੇ। ਜੋ ਵੀ ਆ ਕੰਟਰੋਲਸ ਵਗੈਰਾ ਨੇ ਇਹ ਤਾਂ ਆਪਾਂ ਪਹਿਲਾਂ ਵਾਲੇ 'ਚ ਕਰ ਹੀ ਚੁੱਕੇ, ਜਿਵੇਂ ਵੈਲੀਡੇਸ਼ਨ ਕੰਟਰੋਲਸ ਕੀਤੀਆਂ ਨੇ, ਵੈਬ ਕੰਟਰੋਲਸ ਕੀਤੀਆਂ ਨੇ, ਉਹੀ ਸਾਰੀਆਂ ਕੰਟਰੋਲਸ ਯੂਜ਼ ਕਰਕੇ ਆਪਾਂ ਬਸ ਕੋਡਿੰਗ ਕਰਨੀ ਆ। ਬਟ ਇਹਦੇ ਵਿੱਚ ਇੰਨੀ ਚੀਜ਼ ਹੀ ਦੱਸੀ ਹੋਈ ਵੀ ਆਪਾਂ ਅਗਲੇ ਬਟਨ 'ਤੇ ਅਗਲਾ ਵਿਊ ਆਪਾਂ ਇੱਕ ਤੋਂ ਜ਼ਿਆਦਾ ਵਿਊ ਕਿਵੇਂ ਕ੍ਰੀਏਟ ਆ ਜਿਹੜਾ ਕਰ ਸਕਦੇ ਹਾਂ, ਠੀਕ ਹੈ। ਬਾਕੀ ਇਹਦਾ ਇੱਕ ਮੈਂ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਮਤਲਬ ਕਿ ਕਰਕੇ ਦਿਖਾ ਦੂੰਗੀ ਉਹਦੇ ਵਿੱਚ ਲੈਪਟਾਪ ਦੇ ਵਿੱਚ ਜਾਂ PC ਦੇ ਵਿੱਚ, ਉਹਦੀ ਵੀਡੀਓ ਭੇਜ ਦੂੰਗੀ, ਉਦੋਂ ਤੁਹਾਨੂੰ ਜ਼ਿਆਦਾ ਅੰਡਰਸਟੈਂਡ ਹੋ ਜਾਊਗਾ। ਓਕੇ ਬੇਟਾ, ਥੈਂਕ ਯੂ ਸੋ ਮਚ।